ਸ਼੍ਰੀ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਧਿਆਵੋ ਜੀ ਜੀ। ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਦਾਸ ਗੁਣ ਗੁਣ ਗਾਵੋ ਸ਼੍ਰੀ ਅਰਜਨ ਬਿਗਨ ਬਿਗਨ ਨ ਕੇ ਕੇ ਨਾਸ਼ਕ ਨਾਸਕ ਜੀ ਬਿਗਨ ਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਸਿੰਘ ਬਿਸਾਲਾ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਗਰੇ ਮਸੰਦ ਪੰਗਤ ਬਨਾਏ ਜਸ ਉਚਿਤ ਪਿਖ ਹੈ ਤਸ ਥਲ ਬਿਠਾਏ ਬਹੁ ਭਈ ਭੀਰ ਦੇ ਧਰ ਬਰਿੰਦ ਕਹਿ ਕਹਿ ਟਿਕਾਏ ਪੰਕਤ ਬਿਲੰਦ ਸਗਰੇ ਮਸੰਦ ਪੰਗਤ ਬਨਾਏ ਜਸ ਉਚਿਤ ਪਿਖ ਹੈ ਤਸ ਥਲ ਬਿਠਾਏ ਬਹੁ ਭਈ ਭੀਰ ਦੇ ਧਰ ਬਰਿੰਦ ਕਹਿ ਕਹਿ ਟਿਕਾਏ ਪੰਕਤ ਬਿਲੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਦਇਆ ਨਿਧ ਹਾਜ਼ਰਾ ਹਜੂਰ ਜਹਰਾ ਜਹੂਰ ਦਇਆ ਦੇਖ ਜਾਨੇ ਪਤਿਤ ਪਾਵਨ ਸਤਿਗੁਰੂ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੇ ਪਾਵਨ ਪਵਿੱਤਰ ਸੁੰਦਰ ਸੰਧਿਆ ਦੇ ਦਰਸ਼ਨ ਪਰਸਰ ਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਨ ਕੇ ਭਾਗ ਵੱਡੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਾਜ ਕਰਕੇ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਸ਼ਰਵਣ ਕਰਨ ਦੇ ਸੁਭਾਗ ਆਪ ਜੀ ਨੂੰ ਪ੍ਰਾਪਤ ਹੋ ਰਹੇ ਹੈ। ਸੋ ਜਥਾ ਪ੍ਰਸੰਗ
ਪਿਛਲੇ ਦੀਵਾਨਾਂ ਅੰਦਰ ਆਪਾਂ ਰਲ ਮਿਲ ਕਰਕੇ ਸ਼ਰਵਣ ਕਰ ਰਹੇ ਹਾਂ ਕਿ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਮਹਾਰਾਜ ਦੇ ਧੜ ਦਾ ਸੰਸਕਾਰ ਦਿੱਲੀ ਰਕਾਬਗੰਜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸਥਾਨ ਤੇ ਹੋਇਆ। ਸੀਸ ਨੂੰ ਭਾਈ ਜੈਤਾ ਜੀ ਦਿੱਲੀ ਤੋਂ ਲੈ ਕਰਕੇ ਤੇ ਸ੍ਰੀ ਕੀਰਤਪੁਰ ਸਾਹਿਬ ਆ ਗਏ ਸਨਗੇ। ਕੀਰਤਪੁਰ ਸਾਹਿਬ ਤੋਂ ਅੱਗੋਂ ਗੁਰੂ ਕਲਗੀਧਰ ਸਾਹਿਬ ਜੀ ਪਾਲਕੀ ਸਾਹਿਬ ਲੈ ਕਰਕੇ ਬੇਅੰਤ ਸੰਗਤਾਂ ਸਮੇਤ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸ਼ੀਸ਼ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਂਦਾ। ਇੱਥੇ ਆ ਕਰਕੇ ਖਾਲਸਾ ਜੀ ਬਹੁਤ ਭਾਰੀ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਵਾਸਤੇ ਪਹੁੰਚੀਆਂ। ਵਿਰਾਗ ਕਰਦੀ ਹੋਈ ਗੁਰੂ ਕੀ ਸੰਗਤ ਨੇ ਚੰਦਨ ਦੀ ਚਿਖਾ ਚਿਣ ਕੇ ਧੰਨ ਗੁਰੂਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਿਗੁਰੂ ਜੀ ਦਾ ਸੀਸ ਸੰਸਕਾਰਿਆ। ਗੁਰੂ ਕਲਗੀਧਰ ਸਾਹਿਬ ਜੀ ਨੇ ਹੱਥੀਂ ਚੰਡਾ ਪ੍ਰਚੰਡ ਕੀਤਾ, ਸੰਗਤਾਂ ਨੂੰ ਬੜਾ ਧੀਰਜ ਦਿੱਤਾ। ਸਾਰੀ ਕਿਰਿਆ ਜਿਹੜਾ ਕਿਰਿਆ ਕਰਮ ਹੁੰਦਾ ਹੈ ਸੰਸਕਾਰ ਦਾ, ਉਹ ਸਾਰਾ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਆਪਦੇ ਹੱਥਾਂ ਨਾਲ ਕੀਤਾ ਹੈ। ਇੱਦਾਂ ਖਾਲਸਾ ਜੀ ਫਿਰ ਜਦੋਂ ਦਿਨ ਲੰਘਦੇ ਗਏ, ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਜੀ ਧੀਰਜ ਨਹੀਂ ਸਨ ਧਾਰ ਰਹੇ। ਮਨ ਵਾਰ-ਵਾਰ ਵੈਰਾਗ ਦੇ ਵਹਿਣ ਵਿੱਚ ਵਹਿ ਜਾਂਦਾ ਸੀ। ਤਾਂ ਗੁਰੂ ਕਲਗੀਧਰ ਸਾਹਿਬ ਜੀ ਨੇ ਸਿਆਣੇ ਗੁਰਮੁਖਾਂ ਨੂੰ ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਦੇ ਤਾਈਂ ਸਮਝਾਉਣ ਵਾਸਤੇ ਭੇਜਿਆ। ਸਿੱਖਾਂ ਆ ਕੇ ਮਾਤਾ ਜੀ ਨੂੰ ਬੇਨਤੀ ਕੀਤੀ, ਹੇ ਮਾਤਾ, ਤੁਹਾਨੂੰ ਇੱਦਾਂ ਬਹੁਤਾ ਵੈਰਾਗ ਮੋਹ ਵਿੱਚ ਆ ਕੇ ਕਰਨਾ ਯੋਗ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਜੰਮਣ ਤੇ ਮੌਤ ਨੂੰ ਇੱਕੋ ਤੁੱਲ ਰੱਖਿਆ ਜਾਂਦਾ, ਬਰਾਬਰ ਸਮਝਿਆ ਜਾਂਦਾ ਹੈ। ਬਾਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਸਾਕਾ ਕਰ ਗਏ ਹੈ, ਉਹ ਰੋਣ ਦੇ ਯੋਗ ਨਹੀਂ ਹਨ ਸੱਚੇ ਪਾਤਸ਼ਾਹ ਮਹਾਰਾਜ। ਬਾਕੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਸਦਾ ਹੀ ਹਾਜ਼ਰ ਨਾਜ਼ਰ ਹੈ। ਇਹੋ ਜਿਹੇ ਗੁਰੂਦੇਵ ਨੂੰ ਕਿਉਂ ਰੋਣਾ, ਕਿਉਂ ਵਿਰਾਗ ਕਰਨਾ, ਨਹੀਂ ਕਰਨਾ ਚਾਹੀਦਾ। ਇੱਦਾਂ ਵਾਰ-ਵਾਰ ਸਿੱਖਾਂ ਨੇ ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਜੀ ਨੂੰ ਸਮਝਾਇਆ। ਫਿਰ ਮਾਮਾ ਕਿਰਪਾਲ ਚੰਦ ਜੀ ਕੋਲ ਖੜ੍ਹੇ ਸਨ, ਜਿਹੜੇ ਗੁਰੂ ਕਲਗੀਧਰ ਸਾਹਿਬ ਦੇ ਮਾਮੇ ਲੱਗਦੇ ਸੀ। ਇਹਨਾਂ ਆਖਿਆ ਮਾਤਾ ਗੁਜਰ ਕੌਰ ਨੂੰ, ਇਹ ਭੈਣ ਵੇਖ ਵੀ ਉਮਰ ਥੋੜ੍ਹੀ ਹੈ ਹੁਣ ਤੇਰੇ ਸਾਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਦੀ, ਜੇ ਤੁਸੀਂ ਇੱਦਾਂ ਢੇਰੀ ਢਾਓਗੇ, ਦਿਲਗੀਰ ਹੋਵੋਗੇ ਤੇ ਚੰਗਾ ਨਹੀਂ ਬਣ ਆਏਗਾ। ਤੁਸੀਂ ਹੁਣ ਗੁਰੂ ਕਲਗੀਧਰ ਸਾਹਿਬ ਦੇ ਵਿੱਚੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰ ਲਿਆ ਕਰੋ ਤੇ ਇਹਨਾਂ ਦਾ ਮਾਣ ਸਤਿਕਾਰ ਰੱਖੋ। ਸੰਗਤਾਂ ਹੁਣ ਬਹੁਤ ਆ ਰਹੀਆਂ, ਦਿਨੋਂ ਦਿਨ ਇਕੱਠ ਵੱਧਦਾ ਜਾ ਰਿਹਾ ਅਨੰਦਪੁਰ ਸਾਹਿਬ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੁਸਹਿਰਾ ਵੀ ਲਾਗੇ ਆ ਗਿਆ। ਜੇ ਤੁਸੀਂ ਇੱਦਾਂ ਦਿਲਗੀਰ ਢੇਰੀ ਢਾਹ ਕੇ ਬਹਿ ਜਾਓਗੇ ਤੇ ਸਾਹਿਬਜ਼ਾਦੇ ਨਿੱਕੇ ਹੈ ਤੇ ਕਿਵੇਂ ਸਰੇਗਾ, ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਸਹਿਰੇ ਦਾ ਐਡਾ ਭਾਰੀ ਪ੍ਰਬੰਧ ਹੋਵੇਗਾ, ਕੌਣ ਕਰੇਗਾ। ਸੁਣ ਕੇ ਮਾਤਾ ਗੁਜਰ ਕੌਰ ਜੀ ਸਮਝ ਗਏ ਤੇ ਬੜਾ ਮਾਮਾ ਕਿਰਪਾਲ ਚੰਦ ਜੀ ਨੂੰ ਸਿਆਣਾ ਜਾਣਿਆ। ਫਿਰ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਖਾਲਸਾ ਜੀ। ਘਿਓ ਤੇ ਜਿਵੇਂ ਮਿੱਠਾ, ਗੁੜ, ਸ਼ੱਕਰ, ਖੰਡ ਆਦਿਕ ਉਦੋਂ ਇੱਦਾਂ ਨਹੀਂ ਸੀ ਮਿਲ ਜਾਂਦਾ ਜਿਵੇਂ ਹੁਣ ਬਾਜ਼ਾਰਾਂ 'ਚੋਂ ਮਿਲਦਾ। ਔਖਾ ਹੀ ਮਿਲਦਾ ਸੀ। ਘਰਾਂ 'ਚੋਂ ਪਿੰਡਾਂ 'ਚੋਂ ਥੋੜ੍ਹਾ ਕੋਈ 20 ਸਿਰ 10 ਸਿਰ ਘਿਓ ਇੱਕ ਪਿੰਡ 'ਚੋਂ ਇਕੱਠਾ ਕਰਨਾ, ਮੁੱਲ ਖਰੀਦਣਾ ਲੱਭ ਕੇ ਬਸਾਂ ਜਾ ਕੇ, ਕਿਉਂਕਿ ਇਕੱਠ ਬਹੁਤ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਗ ਤੇ ਦੁਸਹਿਰੇ ਤੇ। ਉਹ ਰਸਤਾਂ ਮਸੰਦ ਲਈ ਆਉਂਦੇ ਐ, ਇਕੱਠੀਆਂ ਹੋਣ ਲੱਗ ਪਈਆਂ ਰਸਤਾਂ। ਉਧਰ ਸਿੱਖਾਂ ਨੂੰ ਫਿਰ ਜਿਵੇਂ ਖਬਰ ਹੁੰਦੀ ਗਈ, ਹਰੇਕ ਦੀ ਮਾਈ, ਚਾਹੇ ਕੋਈ ਭਾਈ ਹੈ ਚਾਹੇ ਕੋਈ ਬੱਚਾ ਹੈ, ਹਰ ਇੱਕ ਸਿੱਖ ਦੀ ਇੱਛਾ ਹੈ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਦੁਸਹਿਰੇ 'ਤੇ ਜਾਈਏ, ਭੋਗ 'ਤੇ ਪਹੁੰਚੀਏ। ਤੇ ਨਾਲੇ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਬਾਲਕ ਨੂੰ
ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਨੂੰ ਅਸੀਂ ਦਸਤਾਰਬੰਦੀ ਹੁੰਦੀ ਵੇਖਣੀ ਹੈ। ਇੱਦਾਂ ਦੀ ਭਾਵਨਾ ਰੱਖ ਰੱਖ ਕੇ ਪਰਿਵਾਰਾਂ ਸਮੇਤ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਖਾਲਸਾ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਣ ਲੱਗੇ ਹੈ। ਇੱਧਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਵੱਡੇ ਵੱਡੇ ਕੜਾਏ ਸਿਆਣੇ ਲਾਂਗਰੀ ਸਿੱਖਾਂ ਸੇਵਾ ਸਾਂਭ ਲਈ ਹੈ। ਕਿਧਰੇ ਪੂੜੇ, ਖੀਰ ਬਣਦੇ, ਹਲਵੇ, ਕੜਾਦਕ ਪੰਚਮ ਕੜਾ ਪ੍ਰਸਾਦੀਆਂ ਦੇਗਾਂ, ਲੱਡੂ ਬਣਾਏ ਜਾ ਰਹੇ ਆ, ਜਲੇਬ, ਹੋਰ ਜਿਹੜੀਆਂ ਉਦੋਂ ਦੀਆਂ ਮਠਿਆਈਆਂ ਸਨ ਉਹ ਸਾਰੀਆਂ ਬਣਾਈਆਂ ਜਾ ਰਹੀਆਂ। ਬਹੁਤ ਭਾਰੀ ਵੱਡੇ ਵੱਡੇ ਢੇਰ ਲਾ ਦਿੱਤੇ ਗਏ ਮਠਿਆਈ ਬਣਾ ਬਣਾ ਕੇ। ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਕਹਿ ਰਹੇ ਸਿੱਖਾਂ ਨੂੰ ਕਿ ਕੋਈ ਕਮੀ ਨਹੀਂ ਹੋਣੀ ਚਾਹੀਦੀ। ਗੁਰੂ ਤੇਗ ਬਹਾਦਰ ਸਾਹਿਬ ਦੇ ਦੁਸ਼ਹਿਰੇ 'ਤੇ ਪਹੁੰਚਣ ਵਾਲੀ ਸੰਗਤ ਨੂੰ ਕੋਈ ਇਹੋ ਜਿਹੀ ਵਸਤੂ ਨਾ ਹੋਵੇ ਜਿਹੜੀ ਨਾ ਖਵਾਈ ਜਾਵੇ। ਰੱਜ ਰੱਜ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰੋ। ਇੱਦਾਂ ਖਾਲਸਾ ਜੀ ਬੜਾ ਭਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਸਹਿਰੇ ਦਾ ਉਤਸ਼ਾਹ ਸੰਗਤਾਂ ਦੇ ਅੰਦਰ ਹੈ। ਸੰਗਤਾਂ ਪਹੁੰਚ ਰਹੀਆਂ। ਇਹ ਆਪ ਜੀ ਨੇ ਪਿੱਛੇ ਦੀਵਾਨ ਵਿੱਚ ਸਾਰੀ ਕਥਾ ਸੁਣ ਲਈ ਹੈ। ਜਿਵੇਂ ਫਿਰ ਸੰਗਤ ਪਹੁੰਚੀ, ਲੰਗਰ ਪ੍ਰਸ਼ਾਦ ਦੀਆਂ ਖੁੱਲ੍ਹੀਆਂ ਪੰਗਤਾਂ, ਖੁੱਲ੍ਹੇ ਗੱਫੇ ਵਰਤੇ ਹੈ। ਉਹ ਸਾਰਾ ਪ੍ਰਸੰਗ ਅੱਜ ਦੀਵਾਨ ਵਿੱਚ ਆਪ ਜੀ ਸ਼ਰਵਣ ਕਰੋਗੇ। ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਓ। ਸਭ ਸੰਗਤ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਗਰੇ ਮਸੰਦ ਪੰਗਤ ਬਣਾਏ। ਤੇ ਸੰਗਤਾਂ ਖਾਲਸਾ ਜੀ ਆ ਗਈਆਂ ਤੇ ਦੁਸ਼ਹਿਰੇ ਦਾ ਦਿਨ ਵੀ ਆ ਗਿਆ। ਬਹੁਤ ਇਕੱਠ ਹੋ ਰਿਹਾ। ਲੰਗਰ ਦਾ ਬੜਾ ਭਾਰੀ ਪ੍ਰਬੰਧ ਹੋ ਰਿਹਾ। ਜਿਹੜੇ ਮਸੰਦ ਹੈ, ਜ਼ਿੰਮੇਵਾਰ ਸਿੱਖ ਸੇਵਾਦਾਰ, ਉਹ ਆਈ ਹੋਈ ਸੰਗਤ ਸਾਰੀ ਨੂੰ ਇੱਦਾਂ ਲੈਣ ਵਿੱਚ ਲਾ ਲਾ ਕੇ ਤੇ ਉਹਨਾਂ ਦੀਆਂ ਪੰਗਤਾਂ ਬਣਵਾਈ ਜਾਂਦੇ ਆ। ਜਸ ਉਚਿਤ ਪਿਖ ਹੈ ਤਸ ਥਲ ਬਿਠਾਏ। ਜਿਹੋ ਜੀ ਕਿਸੇ ਦੀ ਯੋਗਤਾ ਉਚਿਤ ਵਹਿੰਦੇ ਹੈ ਉਸ ਤਰ੍ਹਾਂ ਨੂੰ ਥਾਂ ਤੇ ਬਾ ਦਿੰਦੇ ਆ। ਭਾਵ ਵੀ ਪੰਗਤਾਂ ਲੱਗ ਗਈਆਂ ਦੂਰ ਤੱਕ, ਕਿਸੇ ਨੂੰ ਜਿੱਥੇ ਥਾਂ ਮਿਲਦਾ ਹੈ ਵੇਖ ਵੇਖ ਕੇ ਤੇ ਉਹ ਥਾਂ ਤੇ ਬਿਠਾਈ ਜਾਂਦੇ ਹਨ। ਬਹੁ ਭਈ ਭੀਰ ਦੇ ਧਰ ਬਿਰਿੰਦ। ਧਰਤੀ ਭਰ ਗਈ ਅਨੰਦਪੁਰ ਸਾਹਿਬ ਦੀ। ਬੜੀ ਭੀੜ ਲੱਗ ਰਹੀ ਹੈ ਗੁਰੂ ਸਾਹਿਬ ਦੇ ਦੁਸ਼ਹਿਰੇ ਉੱਪਰ। ਕਹਿ ਕਹਿ ਟਿਕਾਏ ਪੰਕਤ ਬਿਲੰਦ। ਬੜੇ ਸਿੱਖ ਸੇਵਾ ਵਿੱਚ ਲੱਗੇ ਹੋਏ ਹੈ। ਮਸੰਦ ਸਿੱਖ ਕਹਿ ਕਹਿ ਕੇ ਸਿੱਖਾਂ ਨੂੰ ਤੇ ਮਸਾਂ ਪੰਗਤਾਂ ਬਣਵਾ ਰਹੇ ਹੈ। ਭੀੜ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਬਹੁਤੀ ਹੋਣ ਕਰਕੇ ਪੰਗਤ ਬਹਿਣ ਨੂੰ ਥਾਂ ਨਹੀਂ ਮਿਲ ਰਿਹਾ। ਇੱਦਾਂ ਥਾਂ ਵਿਹਲੇ ਕਰਾ ਕਰਾ ਕੇ ਨਵੀਆਂ ਆਉਂਦੀਆਂ ਸੰਗਤਾਂ ਨੂੰ ਬਿਠਾਇਆ ਜਾ ਰਿਹਾ ਹੈ। ਗਨ ਲੱਗੇ ਪਰੋਸਨ ਕੋ ਆਹਾਰ। ਪਤਲਾਂ ਦੇ ਦਿੱਤੀਆਂ, ਪੰਗਤਾਂ ਬਣ ਗਈਆਂ ਤੇ ਬਹੁਤ ਸੈਂਕੜੇ ਸਿੱਖ ਜਿਹੜੇ ਹੈ ਉਹ ਵਰਤਾਵੇ ਲੱਗ ਗਏ ਹੈ। ਲੰਗਰ ਵਿੱਚ ਸੇਵਾ ਕਰਨ ਲੱਗ ਪਏ ਹਨ। ਤ੍ਰਿਪਤਹ ਸੋ ਜਿਤਕ ਇੱਕ ਬਾਰ ਡਾਰ। ਵੀ ਇੱਕੋ ਵਾਰ ਹੀ ਖੁੱਲਾ ਗੱਫਾ, ਵੀ ਦੁਬਾਰਾ ਨਾ ਕਿਸੇ ਨੂੰ ਲੋੜ ਪਵੇ। ਇੱਕੋ ਵਾਰ ਹੀ ਖੁੱਲਾ ਗੱਫਾ ਹੀ ਸਬਜ਼ੀ ਦਾ, ਚੌਲਾਂ ਦਾ, ਮਠਿਆਈ ਦਾ, ਖੀਰ ਦਾ, ਪੂੜਿਆਂ ਦਾ ਇੱਕੋ ਵਾਰ ਹੀ ਖੁੱਲਾ ਗੱਫਾ ਪੰਗਤ ਵਿੱਚ ਵਰਤਾ ਦਿੱਤਾ ਜਾਂਦਾ ਹੈ। ਤੂਰਨ ਕਰੰਤ ਸਭ ਅਗਰ ਦੀਨ। ਤੇ ਹੱਲੇ ਨਾਲ ਹੀ ਪਲੇਟਾਂ ਜਿਹੜੀਆਂ ਪੱਤਲਾਂ ਰੱਖ ਰੱਖ ਕੇ ਤੇ ਸਾਰੀ ਸੰਗਤ ਦੇ ਅੱਗੇ ਪ੍ਰਸ਼ਾਦਾ ਭੋਜਨ ਪਾਣੀ ਵਰਤਾਇਆ ਜਾ ਰਿਹਾ, ਪਰੋਸਿਆ ਜਾ ਰਿਹਾ ਹੈ। ਪੁਨ ਲੱਗੇ ਅਚਨ ਸਭ ਸਵਾਦ ਲੀਨ। ਸਾਰੀਆਂ ਸੰਗਤਾਂ ਛਕ ਰਹੀਆਂ, ਬੜਾ ਆਨੰਦ ਤੇ ਸਵਾਦ ਲੈ ਰਹੇ ਹੈ। ਬਹੁ ਕਰਤ ਸਰਾਹਨ ਬਾਰ ਬਾਰ। ਵਾਰ ਵਾਰ ਸੋਭਾ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਗੁਰੂ ਕਲਗੀਧਰ ਸਾਹਿਬ ਜੀ ਦੀ। ਜਿੰਨੀਆਂ ਸੰਗਤਾਂ ਆਈਆਂ ਹਨ ਗੁਰੂ ਕਲਗੀਧਰ ਸਾਹਿਬ ਦੀ ਬੜੀ ਸੋਭਾ ਕਰਦੀਆਂ ਹਨ। ਮੁਖ ਕਹਿਤ ਕਿਉਂ ਨਾ ਹੋਏ ਅਸ ਆਹਾਰ। ਸਿੱਖ ਮੂੰਹੋਂ ਕਹਿੰਦੇ ਆ ਭਾਈ ਕਿਉਂ ਨਾ ਇਹੋ ਜਿਹਾ ਭੋਜਨ ਬਣੇ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਆ ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਗਰੀਬ ਨਵਾਜ ਦਾ ਦੁਸ਼ਹਿਰਾ ਹੈ। ਸੋਢੀ ਕੁੱਲ ਦੇ ਸ਼੍ਰੋਮਣੀ ਆ ਸਤਿਗੁਰੂ ਜੀ। ਕਿਉਂ ਨਾ ਭਈ ਐਸਾ ਸੋਹਣਾ ਲੰਗਰ ਬਣੇ, ਤਾਂ ਹੀ ਬਣਿਆ ਕਿਉਂਕਿ ਸੋਢੀ ਕੁੱਲ ਦੇ ਸ਼੍ਰੋਮਣੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰਦੇਵ ਹੇਤ ਗੁਰ ਆਨੰਦ ਕੀਨ। ਤੇ ਕਿਉਂ ਨਾ ਐਡਾ ਚੰਗਾ ਚੋਸਾ ਭੋਜਨ ਤਾਂ ਹੀ ਬਣਿਆ
ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਮਿੱਤ ਹੋ ਰਿਹਾ ਏ, ਕਿਉਂਕਿ ਮਹਾਰਾਜ ਦਾ ਦੁਸ਼ਹਿਰਾ ਹੈ ਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਜੀ ਸਾਰਾ ਪ੍ਰਬੰਧ ਸੰਭਾਲ ਰਹੇ ਹਨ। ਜੋ ਆਪ ਕਰਨ ਕਾਰਨ ਪ੍ਰਬੀਨ। ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਸਾਰੇ ਕੰਮਾਂ ਕਾਰਾਂ ਨੂੰ ਆਪ ਕਰਨ ਵਿੱਚ ਬੜੇ ਸਿਆਣੇ ਐ, ਐਸੇ ਗੁਰੂ ਕਲਗੀਧਰ ਸਾਹਿਬ ਜੀ ਆਪ ਦੇ ਪਿਤਾ ਧੰਨ ਗੁਰੂਦੇਵ ਗੁਰੂ ਤੇਗ ਬਹਾਦਰ ਸਾਹਿਬ ਦਾ ਦੁਸ਼ਹਿਰਾ ਮਨਾ ਰਹੇ ਐ। ਕਿਨ ਪੰਚਾਮ੍ਰਿਤ ਵਰਤਾਏ ਦੀਨ। ਏਦਾਂ ਸੰਗਤ ਜੀ ਵੱਡੇ ਵੱਡੇ ਬਾਲਟੀਆਂ ਬਾਲਟੇ ਪਕੜੇ ਹੋਏ ਐ। ਕੋਈ ਸਿੱਖ ਤਾਂ ਦੇਸੀ ਘਿਓ ਦਾ ਬਣਿਆ ਪੰਚਮ ਕੜਾ ਪ੍ਰਸਾਦ ਵਰਤਾ ਰਿਹਾ ਹੈ। ਕਿਨ ਭੂਪ ਪੂਰੇ ਕਾ ਦੀਨ ਕੀਨ। ਕੋਈ ਪੂੜੇ ਲਈ ਫਿਰਦਾ ਹੈ, ਕੋਈ ਪੂੜੀਆਂ ਦੇਸੀ ਘਿਓ ਦੇ ਵਿੱਚ ਤਲੀਆਂ ਛਾਬੇ ਭਰ ਭਰ ਕੇ ਵਰਤਾਉਂਦਾ ਹੈ। ਦਧ ਬਰੀ ਸਜੀਰਕ ਦੇਤ ਧਾਏ। ਸੰਗਤਾਂ ਨੂੰ ਦਹੀਂ ਵਰਤਾਇਆ ਜਾ ਰਿਹਾ। ਦਹੀਂ ਵਿੱਚ ਜਿਹੜੇ ਪਕੌੜੇ ਪਾਏ ਹੋਏ ਆ, ਵੜੇ ਪਾਏ ਆ, ਉਹ ਹੋਰ ਬੜੀਆਂ ਭਾਰੀ ਜਿਹੜੀਆਂ ਜੀਰਾ ਆਦਿਕ ਸਹਿਤ ਬਣਿਆ ਹੋਇਆ ਦਹੀਂ ਰਾਇਤੇ, ਇਹ ਖੁੱਲੇ ਗੱਫੇ ਸੰਗਤ ਵਿੱਚ ਵਰਤਾਏ ਜਾ ਰਹੇ ਐ। ਬਿਨ ਜਾਚੇ ਦੇਖਤ ਅਧਿਕ ਪਾਏ। ਵੀ ਜਿਹਦਾ ਥਾਲ ਖਾਲੀ ਵੇਂਦੇ ਐ, ਸਿੱਖ ਬਿਨਾਂ ਮੰਗੇ ਤੋਂ ਹੀ ਉਹਨੂੰ ਦਹੀਂ ਪਕੌੜੇ ਹੋਰ ਜਿਹੜੇ ਕੋ ਮਿੱਠੇ ਪ੍ਰਸਾਦ ਪੂੜੇ ਆਦਿਕ ਵਰਤਾਈ ਤੁਰੇ ਜਾਂਦੇ ਹਨ। ਹੋਏ ਤ੍ਰਿਪਤ ਖਾਏ ਸਵਾਦਿਤ ਵਿਸਾਲ। ਬਹੁਤ ਸਵਾਦਿਸ਼ਟ ਭੋਜਨ ਬਣਿਆ ਤੇ ਸੰਗਤਾਂ ਗੁਰੂ ਕੀ ਸਿੱਖ ਸੰਗਤ ਰੱਜ ਰੱਜ ਕੇ ਭੋਜਨ ਪ੍ਰਸ਼ਾਦਾ ਛਕ ਰਹੀ ਹੈ। ਕਹਿ ਲਿਹੋ ਲਿਹੋ ਫਿਰਤੇ ਉਤਾਲ। ਵਰਤਾਵੇ ਸਿੱਖ ਬੜੇ ਆ। ਲਓ ਜੀ ਸਾਧ ਸੰਗਤ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਪੂੜੇ ਵਾਹਿਗੁਰੂ ਜੀ, ਦਹੀਂ ਵਾਹਿਗੁਰੂ ਜੀ, ਏਦਾਂ ਵਰਤਾਉਂਦੇ ਗੁਰੂ ਕੇ ਸਿੱਖ ਪੰਗਤਾਂ ਵਿੱਚ ਤੁਰੇ ਫਿਰਦੇ ਹਨ। ਬਹੁ ਮਧੁਰ ਤਰਸ ਅਰ ਤਿਕਤ ਜੋਈ। ਮਿੱਠੇ ਪ੍ਰਸ਼ਾਦ ਵਿੱਚ ਜਿੱਧਰ ਲੱਡੂ ਘੁੱਗ ਲੱਡੂ ਜੇ ਹੁੰਦੇ ਉਹ ਆਦਿਕ, ਇਹ ਤੇ ਆਦਿਕ ਲੂਣੀਆਂ ਮਿੱਠੀਆਂ ਮੱਠੀਆਂ ਹੋਰ ਬੜੇ ਤਰ੍ਹਾਂ ਦੇ ਪਦਾਰਥ ਜਿਹੜੇ ਹੈ ਉਹ ਪੰਗਤਾਂ ਦੇ ਵਿੱਚ ਵਰਤਾਏ ਤੁਰੇ ਜਾ ਰਹੇ ਹੈ। ਸਿੱਖ ਭਰ ਭਰ ਛਾਬੇ ਬਾਲਟੇ ਜਿਹੜੇ ਕੋ ਵਰਤਾਵੇ ਹੈ, ਕਮਰ ਕਸੇ ਕਰ ਕਰਕੇ ਜੋਰਾਂ ਸ਼ੋਰਾਂ ਤੇ ਵਰਤਾ ਰਹੇ ਹੈ। ਵੀ ਗੁਰੂ ਕਲਗੀਧਰ ਸਾਹਿਬ ਦਾ ਹੁਕਮ ਹੈ, ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦੁਸ਼ਹਿਰੇ ਤੇ ਆਇਆ ਕੋਈ ਸਿੱਖ ਨਾ ਆਖੇ ਮੈਨੂੰ ਕੋਈ ਫਲਾਣੀ ਵਸਤੂ ਨਹੀਂ ਮਿਲੀ। ਇੱਦਾਂ ਮਹਾਰਾਜ ਦਾ ਹੁਕਮ ਜਾਣ ਕੇ ਸਾਰੇ ਸਿੱਖ ਜੋਰਾਂ ਸ਼ੋਰਾਂ ਤੇ ਵਰਤਾ ਰਹੇ ਹਨ। ਸਭ ਸਨੇ ਸਨੇ ਅਚਵੰਤ ਸੋਏ। ਇੱਦਾਂ ਸਭ ਆਨੰਦ ਨਾਲ ਸਿੱਖ ਹੌਲੀ ਹੌਲੀ ਸਹਿਜ ਨਾਲ ਛਕ ਰਹੇ ਹਨ। ਇੱਕ ਬਿਮਲ ਬਾਰ ਦੇ ਬਾਰ ਬਾਰ। ਤੇ ਕਈ ਬੜਾ ਮਿੱਠਾ ਖੂਹ ਦਾ ਜਲ ਜਿਹੜਾ ਠੰਡਾ ਉਹ ਲੈ ਕੇ ਮਸ਼ਕ ਭਰ ਕੇ ਤੇ ਉਹਦੇ ਵਿੱਚ ਪੰਗਤਾਂ 'ਚ ਜਲ ਵਰਤਾ ਰਿਹਾ ਹੈ। ਚਿਤ ਮੁਦਤ ਤ੍ਰਿਪਤ ਸਵਾਦਿਤ ਆਹਾਰ। ਸਿੱਖ ਬੜੇ ਖੁਸ਼ ਹੈ, ਰੱਜ ਰੱਜ ਕੇ ਭੋਜਨ ਪ੍ਰਸ਼ਾਦਾ ਛਕਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਗਾਉਂਦੇ ਹੈ। ਪੁਨ ਪਾਨ ਪਾਨ ਕਰ ਪਾਨ ਧੋਏ। ਫਿਰ ਪਾਣ ਪਾਣ ਭਾਵ ਜਲ ਪਾਣ ਪਾਣ ਕਹੀਏ ਛਕ ਕੇ ਨਾ ਤੇ ਹੱਥ ਜਿਹੜੇ ਉਹ ਧੋ ਲੈਣਾ, ਕੀਤੇ ਅਰਥ ਕਰ ਲੈਣਾ। ਪਾਣ ਪਾਣ ਭਾਵ ਜਿਹੜਾ ਪਾਣ ਪਾਣੀ ਨੂੰ ਪਾਣ ਪੀ ਕੇ ਤੇ ਪਾਣ ਹੱਥਾਂ ਨੂੰ ਧੋ ਲੈਣਾ ਕੀਤਾ ਹੈ। ਗੁਰ ਧੰਨ ਧੰਨ ਇਹ ਸ਼ਬਦ ਹੋਈ। ਸੰਗਤਾਂ ਦੇ ਹੱਥ ਧਵਾ ਦਿੱਤੇ ਗਏ, ਅਰਦਾਸਾਂ ਹੁੰਦੀਆਂ ਸਭ ਪਾਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਧੰਨ ਹੋ, ਧੰਨ ਗੁਰੂ ਕਲਗੀਧਰ ਸਾਹਿਬ ਜੀ ਆਪ ਜੀ ਧੰਨ ਹੋ, ਧੰਨ ਧੰਨ ਹੋ ਰਹੀ ਹੈ ਜੀ। ਤਬ ਮਾਤ ਸਹਿਤ ਸਤਿਗੁਰ ਸੁਜਾਨ। ਇੱਧਰ ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਜੀ ਨਾਲ ਧੰਨ ਗੁਰੂ ਕਲਗੀਧਰ ਸਾਹਿਬ ਜਿਹੜੇ ਬੜੇ ਸਿਆਣੇ ਹਨ। ਬਹੁ ਦਰਬ ਮਸੰਦਨ ਦੀਨ ਪਾਨ। ਮਾਤਾ ਨਾਨਕੀ ਮਾਤਾ ਗੁਜਰ ਕੌਰ ਤੇ ਗੁਰੂ ਕਲਗੀਧਰ ਸਾਹਿਬ ਨੇ ਮਸੰਦਾਂ ਜਿਹੜੇ ਮਸੰਦ ਹੁੰਦੇ ਜਿਹੜੇ ਪ੍ਰਬੰਧਕ ਹੁੰਦੇ ਹੈ, ਪ੍ਰਬੰਧਕਾਂ ਨੂੰ ਗੁਰੂ ਕਲਗੀਧਰ ਸਾਹਿਬ ਨੇ ਖੁੱਲੀ ਮਾਇਆ ਦੇ ਥੈਲੇ ਬਖਸ਼ ਦਿੱਤੇ ਹਨ। ਦੇਹੋ ਸਭਿਨ ਜਾਏ ਨਹਿਰੌਰ ਹੋਏ। ਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਕਹਿੰਦੇ ਸਿੱਖੋ ਸਾਰਿਆਂ ਨੂੰ ਦਿਓ। ਸਭ ਜਿੰਨੇ ਆਏ ਆ ਨਾ ਮਸੰਦ, ਸਾਰੇ ਮਸੰਦਾਂ ਨੂੰ ਮਹਾਰਾਜ ਨੇ ਮਾਇਆ ਦੇ ਦਿੱਤੀ ਤੇ ਆਖਿਆ ਵੀ ਹਰੇਕ ਸਿੱਖ ਨੂੰ ਮਾਇਆ ਦੇ ਕੇ ਤੋਰਨਾ। ਨਾਲੇ ਪ੍ਰਸ਼ਾਦਾ ਲੰਗਰ ਛਕਾਓ ਤੇ ਜਦੋਂ ਸਿੱਖਾਂ ਨੂੰ ਪ੍ਰਸ਼ਾਦਾ ਛਕ ਲਿਆ, ਜਿੰਨੇ ਸੰਤ ਮਹਾਤਮਾ ਗੁਰਮੁਖ ਮਹਾਂਪੁਰਖ ਆਏ ਹੈ ਸਾਰਿਆਂ ਨੂੰ ਦਕਸ਼ਣਾ ਦੇਣੀ ਹੈ। ਸਭ ਨੂੰ ਇੱਕ ਇੱਕ ਸੋਨੇ ਦੀ ਮੋਹਰ ਜਿਹੜੀ ਦੇ ਕੇ ਇੱਥੋਂ ਤੋਰਨਾ ਹੈ। ਵਿਧ ਸਾਥ ਲਿਹੋ ਨਹਿ ਛੂਛ ਕੋਈ। ਵਿਧੀ ਨਾਲ ਤੁਸੀਂ ਇਹ ਸੰਭਾਲ ਲਓ ਧਨ ਨੂੰ, ਜਾਂ ਦੇਹੋ ਪਾਠ ਸੁਧ ਰਹੇਗਾ। ਵਿਧ ਸਾਥ ਦੇਹੋ ਵਿਧੀ ਨਾਲ ਦੇਣਾ ਹੈ, ਵੀ ਕੋਈ ਖਾਲੀ ਨਾ ਇਹ ਨੇ ਵੀ ਇੱਕ ਨੂੰ ਮਿਲ ਜਾਏ ਦੂਜਾ ਮਾਇਆ ਤੋਂ ਰਹਿ ਜਾਏ। ਮਹਾਰਾਜ ਗੁਰੂ ਕਲਗੀਧਰ ਸਾਹਿਬ ਸਿੱਖਾਂ ਨੂੰ ਕਹਿੰਦੇ ਮਸੰਦਾਂ ਨੂੰ ਵੀ ਤੁਸੀਂ ਆਪ ਨਿਗਰਾਨੀ ਨਾਲ ਸਾਰੇ ਸਿੱਖਾਂ ਨੂੰ ਇੱਕ ਇੱਕ ਮੋਹਰ ਜਿਹੜੀ ਮਾਇਆ ਦੀ, ਕੋਈ ਸੰਤ ਹੈ ਕੋਈ ਮਹਾਤਮਾ ਹੈ, ਜੋ ਵੀ ਕੋਈ ਆਇਆ, ਕੋਈ ਬ੍ਰਾਹਮਣ ਆਇਆ, ਕੋਈ ਛਤਰੀ ਸ਼ੂਦਰ ਬੈਸ,
ਸਭ ਨੂੰ ਇੱਕ ਇੱਕ ਮੋਹਰ ਜਿਹੜੀ ਸੋਨੇ ਦੀ ਪ੍ਰਸ਼ਾਦਾ ਛਕਣ ਤੋਂ ਬਾਅਦ ਦੇਣੀ ਹੈ। ਲੇ ਗਨਮ ਸੰਦ ਸਭ ਹੋਣ ਦੀਨ। ਵੀ ਖੁੱਲੀ ਮਾਇਆ ਵਰਤਾਓ। ਇਦਾਂ ਖਾਲਸਾ ਜੀ ਸਾਰੇ ਮਸੰਦਾਂ ਨੇ ਖੁੱਲੀ ਮਾਇਆ ਦੇ ਗੱਫੇ ਗੁਰੂ ਕਲਗੀਧਰ ਸਾਹਿਬ ਤੋਂ ਲੈ ਕਰਕੇ ਤਿਜ ਸੰਤ ਮਹੰਤਨ ਅਧਿਕ ਚੀਨ। ਬਾਹਮਣਾਂ ਨੂੰ ਜਿਹੜੇ ਕੋਈ ਸਨਗੇ, ਮਹੰਤ ਸੰਤ ਜਿਹੜੇ ਕੋ ਵੱਡੇ ਪੂਜਨੀਕ ਸਨਗੇ, ਜਿਹੜੇ ਜਿਹੜੇ ਵੀ ਮਹਾਰਾਜ ਦੇ ਘਰ ਆਏ, ਸੰਤਾਂ ਮਹਾਤਮਾ ਨੂੰ ਅਨੇਕ ਭੇਖਾਂ ਦੇ ਸਾਧੂਆਂ ਨੂੰ ਖੁੱਲੀ ਮਾਇਆ ਵਰਤਾਈ ਗਈ ਹੈ। ਹਰਖੇ ਸੰਬੂਹ ਬਹੁ ਕਰ ਸਰਾਹੇ। ਤੇ ਜਦੋਂ ਮਾਇਆ ਮਿਲੀ ਖੁੱਲੀ ਗੱਫੇ, ਪ੍ਰਸ਼ਾਦਾ ਭੋਜਨ ਵੀ ਚੰਗਾ ਚੋਸਾ ਮਿਲਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਦੁਸ਼ਹਿਰੇ ਤੇ। ਵੇਖ ਕੇ ਇਹ ਐਸਾ ਕੌਤਕ ਵੀ ਇਹ ਤਾਂ ਜਿਵੇਂ ਕਿਸੇ ਰਾਜੇ ਦਾ ਜੱਗ ਹੋਇਆ ਹੁੰਦਾ। ਸੁਣ ਕੇ ਵੇਖ ਕੇ ਮਾਇਆ ਲੈ ਕੇ ਜਿੰਨੇ ਆਏ ਹੋਇਆ ਸੰਤ ਮਹਾਤਮਾ ਸਾਰੇ ਹੈਰਾਨ ਹੋ ਗਏ। ਸਾਰੇ ਮਹਾਰਾਜ ਦੀ ਵਾਹੋ ਵਾਹੋ ਕਰਦੇ, ਸੋਭਾ ਕਰਦੇ ਹਨ। ਜਸ ਲਿਓ ਪ੍ਰਥਮ ਗੁਰ ਜਗ ਮਾਹੇ। ਕਹਿੰਦੇ ਵੀ ਗੁਰੂ ਕਲਗੀਧਰ ਸਾਹਿਬ ਦੀ ਉਮਰ ਬੇਸ਼ੱਕ ਛੋਟੀ ਜੀ 10 ਕੁ ਵਰੇ ਉਮਰ ਹੈ, ਪਹਿਲਾ ਜਗ ਕੀਤਾ ਗੁਰੂ ਕਲਗੀਧਰ ਸਾਹਿਬ ਨੇ। ਆਪਦੇ ਜੀਵਨ ਵਿੱਚ ਆਪਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਦੁਸ਼ਹਿਰਾ ਕੀਤਾ ਤੇ ਪਹਿਲੀ ਵਾਰੀ ਲੰਗਰ ਲਾਇਆ। ਤੇ ਪਹਿਲੀ ਵਾਰੀ ਲੰਗਰ ਦੇ ਵਿੱਚ ਹੀ ਗੁਰੂ ਕਲਗੀਧਰ ਸਾਹਿਬ ਨੇ ਇੰਨੀ ਸੋਭਾ ਖੱਟੀ ਹੈ ਵੀ ਕੋਈ ਐਸਾ ਪਦਾਰਥ ਹੀ ਨਹੀਂ ਹੈ ਜਿਹੜਾ ਗੁਰੂ ਕਲਗੀਧਰ ਸਾਹਿਬ ਦੇ ਲੰਗਰ ਵਿੱਚ ਨਹੀਂ ਵਰਤ ਰਿਹਾ ਹੈ। ਗੁਰ ਸਕਲ ਕਲਾ ਪੂਰਨ ਬਿਲੰਦ। ਇਥੋਂ ਇਹ ਸਿੱਧ ਹੁੰਦਾ ਹੈ ਵੀ ਗੁਰੂ ਕਲਗੀਧਰ ਸਾਹਿਬ ਦੀ ਸਰਬ ਕਲਾ ਸੰਪੂਰਨ ਹੈ। ਇਹ ਮਹਾਨ ਬਾਦਸ਼ਾਹ ਦਾ ਜਿਵੇਂ ਲੰਗਰ ਚੱਲਦਾ ਹੈ, ਮਹਾਨ ਰਾਜੇ ਮਹਾਰਾਜੇ ਯੱਗ ਕਰਦੇ ਹੈ, ਐਸਾ ਯੱਗ ਪਹਿਲਾ ਲੰਗਰ ਲਾਇਆ ਗੁਰੂ ਕਲਗੀਧਰ ਸਾਹਿਬ ਨੇ ਤੇ ਪਹਿਲੇ ਲੰਗਰ ਦੇ ਵਿੱਚ ਹੀ ਧੰਨ ਧੰਨ ਕਰਾ ਛੱਡੀ ਹੋਈ ਹੈ। ਸ੍ਰੀ ਹਰਗੋਬਿੰਦ ਕੇ ਹੋਏ ਮਨਿੰਦ। ਇਹ ਜਿਹੜੇ ਨਾ ਸਿੱਖ ਸਿਆਣੇ ਅੰਦਾਜ਼ਾ ਲਾਉਣ ਲੱਗ ਪਏ ਵੀ ਇਹ ਆਪਦੇ ਦਾਦੇ ਵਰਗੇ ਹੋਣਗੇ। ਗੁਰੂ ਕਲਗੀਧਰ ਸਾਹਿਬ ਨਿਰੇਪੁਰੇ ਆਪਦੇ ਦਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਂਗ ਰਹੀ ਬੜੀ ਭਾਰੀ ਸੋਭਾ ਖੱਟਣਗੇ। ਉਤਸ਼ਾਹ ਬੁੱਧ ਤੈਸੋ ਸੁਭਾਈ। ਕਿਉਂਕਿ ਇਹਨਾਂ ਦਾ ਚਾਲ ਢਾਲ, ਇਹਨਾਂ ਦਾ ਉਤਸ਼ਾਹ, ਉਦਮ, ਦਲੇਰੀ ਤੇ ਇਹਨਾਂ ਦੀ ਬੁੱਧ, ਰਹਿਣ ਬਹਿਣ ਦਾ ਤਰੀਕਾ, ਢੰਗ ਨਿਰਾਪੁਰਾ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਦੇ ਦਾਦੇ ਸਤਿਗੁਰੂ ਵਰਗਾ ਹੈ। ਔਰ ਅਤ ਉਦਾਰ ਜਾਣੇ ਸੋ ਜਾਏ। ਤੇ ਜਿਵੇਂ ਦਾਦਾ ਸੀ ਨਾ ਬੜੇ ਉਦਾਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਸਨ, ਬੜੇ ਖੁੱਲੇ ਡੁੱਲੇ ਦਿਲ ਦੇ ਸਨਗੇ। ਉਸੇ ਤਰ੍ਹਾਂ ਹੀ ਧੰਨ 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 ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਵੀ ਬੜੇ ਸਖੀ ਦਾਤੇ ਹਨ। ਜਨ ਬ੍ਰਿੰਦ ਬਿਲੰਦਾ ਕਰ ਨਿਹਾਲ। ਏਦਾਂ ਸਭ ਨੂੰ ਨਿਹਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਸੇ ਤਰ੍ਹਾਂ ਹੀ ਗੁਰੂ ਕਲਗੀਧਰ ਸਾਹਿਬ ਵੀ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਨੂੰ ਨਦਰੋ ਨਦਰ ਨਿਹਾਲ ਕਰਿਆ ਕਰਨਗੇ। ਬਖਸ਼ਹ ਆਨੰਦ ਹੋਇਆ ਕਰ ਕਿਰਪਾਲ। ਇਹ ਤਾਂ ਵੱਡੇ ਹੋ ਕਰਕੇ ਜਿਹੜਾ ਇਹਨਾਂ ਦੇ ਚਰਨ ਪਰਸੇਗਾ ਤੇ ਬੜੀ ਉਹਦੇ ਤੇ ਕਿਰਪਾ ਕਰਿਆ ਕਰਨਗੇ, ਸਭ ਨੂੰ ਬੜੇ ਭਾਰੀ ਆਨੰਦ ਬਖਸ਼ਿਆ ਕਰਨਗੇ ਜੀ। ਸੁਨ ਦੁਤੀ ਕਹਿ ਅਚਰਜ ਸੁਨਾਏ। ਇੱਕ ਸੁਣ ਕੇ ਮੁੜ ਕੇ ਦੂਜਾ ਕਹਿੰਦਾ, ਦੂਜਾ ਹੋਰ ਹੈਰਾਨ ਹੋ ਕੇ ਨਵੀਂ ਗੱਲ ਦੱਸਦਾ ਹੈ। ਇਹਨ ਪਿਤਾ ਪਿਤਾਮਾ ਕੈਸ ਆਹੀ। ਕਹਿੰਦੇ ਭਾਈ ਜਿੱਥੇ ਜਿਨ੍ਹਾਂ ਦਾ ਪੋਤਰਾ ਇਹੋ ਜਿਹਾ 10 ਸਾਲ ਦੀ ਉਮਰ ਦੇ ਗੋਬਿੰਦ ਰਾਏ ਤੇ 10 ਸਾਲਾਂ ਦੀ ਉਮਰ ਵਿੱਚ ਲੱਖਾਂ ਦੀ ਗਿਣਤੀ ਦੇ ਸਿੱਖਾਂ ਨੂੰ ਸਾਂਭਿਆ, ਇੰਨਾ ਲੰਗਰ ਭੋਜਨ ਬਣਿਆ, ਐਡੇ ਖੁੱਲੇ ਗੱਫੇ, ਨਿਰੀ ਮਾਇਆ ਸੋਨੇ ਦੀਆਂ ਮੋਹਰਾਂ ਦਿੱਤੀਆਂ। ਜਿਹੜੇ ਪੋਤਰਾ ਇਹੋ ਜਿਹਾ ਹੈ 10ਵੇਂ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਕਿਹੋ ਜਿਹੇ ਹੋਣਗੇ। ਇਹਨਾਂ ਦੇ ਗਾਂ ਪਿਤਾਮੇ, ਪਿਤਾ ਦਾਦੇ, ਇਹਨਾਂ ਦੇ ਵੱਡੇ ਵਡੇਰੇ ਕਿੱਡੇ ਭਾਰੀ ਮਹਾਂਬੜੀ ਹੋਣਗੇ, ਕਿੱਡੇ ਵੱਡੇ ਦਾਤੇ ਸੂਰਮੇ ਹੋਣਗੇ। ਸ੍ਰੀ ਅਰਜਨ ਅਰ ਗੁਰ ਰਾਮਦਾਸ। ਫਿਰ ਸਿੱਖ ਸੋਭਾ ਕਰਦੇ, ਕਹਿੰਦੇ ਕੁੱਲ ਕਿਹੜੀ ਹੈ ਭਾਈ? ਕੁੱਲ ਵੱਡੀ ਹੈ, ਇਹਨਾਂ ਦੀ ਕੁੱਲ ਦੀ ਰੀਤ ਹੀ ਐਸੀ ਹੈ। ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਵੀ ਮਹਾਨ ਸਨ, ਉਹਨਾਂ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕੀ ਸਿਫਤ ਕਰੀਏ। ਉਹਨਾਂ ਤੋਂ ਪਹਿਲਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਬੜੇ ਸਖੀ ਦਾਤੇ ਸਨ। ਤੇ ਗੁਰੂ ਅਰਜਨ ਦੇਵ ਸਾਹਿਬ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ, ਉਹ ਵੀ ਬੜੇ ਸਖੀ ਦਾਤੇ ਸਨ। ਜਿੱਥੇ ਮਹਾਰਾਜ ਜੀ ਬਹਿੰਦੇ ਤੇ ਜੱਗ ਲੱਗ ਜਾਂਦੇ, ਮਾਰ ਕਿਤੇ ਵਾਰ ਨਹੀਂ ਆਉਂਦਾ, ਰਿੱਧੀਆਂ ਸਿੱਧੀਆਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਇੱਦਾਂ ਸਿੱਖ ਸੰਗਤਾਂ ਸੋਢੀਆਂ ਦੀ ਸੋਭਾ ਕਰਦੇ ਹੈ। ਗੁਰੂ ਕਲਗੀਧਰ ਸਾਹਿਬ ਦੀ, ਇਹਨਾਂ ਦੇ ਵੱਡੇ ਵਡੇਰਿਆਂ ਪਿਓ ਦਾਦਿਆਂ ਦੀ ਸਿੱਖ ਬੜੀ ਉਸਤਤ ਕਰ ਰਹੇ ਹਨ। ਨਿਜ ਦਾਸ ਅਨੇਕਾਂ ਨ ਕਰ ਖਲਾਸ। ਕਹਿੰਦੇ ਭਾਈ ਗੁਰੂ ਕਲਗੀਧਰ ਸਾਹਿਬ ਦੇ ਵੱਡੇ ਵਡੇਰੇ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਰਾਮਦਾਸ, ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਆਪਦੇ 10 ਸੇਵਕਾਂ ਦੀ ਲੋਕ ਪਰਲੋਕ ਵਿੱਚ ਬੰਦ ਖਲਾਸੀ ਕਰਾਈ ਹੈ,
ਜਮਾਂ ਤੋਂ ਖਹਿੜਾ ਛਡਾਇਆ ਹੈ। ਅਸ ਬੰਸ ਬਿਖੈ ਜਿਨ ਜਨਮ ਆਹੇ। ਤੇ ਕਿਉਂ ਨਾ ਸੋਭਾ ਹੋਵੇ ਗੁਰੂ ਕਲਗੀਧਰ ਸਾਹਿਬ ਦੀ ਇਹੋ ਜੀ ਵੰਸ਼ ਵਿੱਚ, ਗੁਰੂ ਰਾਮਦਾਸ ਦੀ ਅੰਸ਼ ਬੰਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਇਆ ਹੈ। ਵੱਡ ਭਾਗ ਜਿਨ ਹੋ ਸੀ ਰਹਿ ਪਾਹੇ। ਇਹ ਤਾਂ ਜਿਨ੍ਹਾਂ ਦੇ ਵੱਡੇ ਭਾਗ ਹੈ ਭਾਈ ਸਿੱਖਾਂ ਦੇ, ਜਿਹੜੇ ਇਹੋ ਜਿਹੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਨਾਲ ਰਹਿੰਦੇ ਹੈ। ਵੱਡੇ ਸਿੱਖਾਂ ਦੇ ਭਾਗ ਹੈ ਜਿਹੜੇ ਸਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ। ਇਤਿਆਦ ਕੀਰਤੀ ਕਹਿਤ ਸਰਬ। ਇਸ ਤਰ੍ਹਾਂ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੜੀ ਸ਼ੋਭਾ ਹੋ ਰਹੀ ਹੈ। ਸਾਰੇ ਪਾਸੇ ਜੈ ਜੈਕਾਰ ਸਿੱਖ ਸੰਗਤਾਂ ਕਰਦੀਆਂ ਹਨ। ਤੇ ਤ੍ਰਿਪਤ ਦਛਨਾ ਦੀਨ ਸਦਰਬ। ਤੇ ਫਿਰ ਮਗਰੋਂ ਦਛਣਾ ਦਿੱਤੀ, ਜਦੋਂ ਮੋਹਰਾਂ ਦਿੱਤੀਆਂ, ਮਾਇਆ ਖੁੱਲੀ ਵੰਡੀ, ਉਦੋਂ ਹੋਰ ਵੀ ਬੜਾ ਭਾਰੀ ਸਭ ਨੂੰ ਆਨੰਦ ਆਇਆ ਹੈ। ਬਹੁ ਦੇਤ ਆਸ਼ਿਖਾ ਆਨੰਦ ਪਾਏ। ਆਨੰਦ ਹੋ ਗਿਆ, ਸਾਰਿਆਂ ਐਨ ਰੱਜ ਪੁੱਜ ਗਏ ਹੈ। ਤੇ ਸਾਰਿਆਂ ਨੇ ਗੁਰੂ ਕਲਗੀਧਰ ਸਾਹਿਬ ਜੀ ਨੂੰ ਬੜੀਆਂ ਭਾਰੀ ਜਿਹੜੀਆਂ ਅਸੀਸਾਂ ਦਿੱਤੀਆਂ। ਜਿਹੜੇ ਬਜ਼ੁਰਗ ਸਨ, ਸਾਧੂ ਸੰਤ ਮਹਾਤਮਾ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਬਤ ਬੜੇ ਸ਼ੁਭ ਬਚਨ ਆਖੇ, ਬੜੀਆਂ ਅਸੀਸਾਂ ਤੇ ਆਸ਼ੀਰਵਾਦ ਦਿੱਤੇ ਐ। ਗੁਰ ਪੁੱਤਰ ਆਰ ਬਲ ਵੱਡ ਵਧਾਈ। ਕਹਿੰਦੇ ਬਈ ਅਸੀਂ ਅਰਦਾਸ ਕਰਦੇ ਆਂ ਗੁਰੂ ਕੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਦੀ ਉਮਰ ਜੁਗ ਜੁਗ ਹੋਵੇ, ਵੱਡੀ ਲੰਮੀ ਉਮਰਾਂ ਮਾਨਣ। ਜਬ ਲੱਗੇ ਜਗਤ ਮਹਿ ਜਮਨ ਗੰਗ। ਜਦੋਂ ਤੱਕ ਸੰਸਾਰ ਵਿੱਚ ਜਮਨਾ ਵਹਿੰਦੀ ਰਹੇਗੀ, ਜਦੋਂ ਤੱਕ ਗੰਗਾ ਤੇ ਜਮਨਾ ਨਦੀਆਂ ਸੰਸਾਰ ਵਿੱਚ ਵਹਿੰਦੀਆਂ ਹਨ, ਤਬ ਲੱਗੈ ਜਿਵਹੁ ਹੋਏ ਹਰਖ ਸੰਗ। ਉਹਨਾਂ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਉਂਦੇ ਰਹਿਣ। ਇਦਾਂ ਜੁਗ ਜੁਗ ਮਾਨੋ ਆਨੰਦ ਜਵਾਨੀਆਂ, ਇਦਾਂ ਦੀਆਂ ਅਸੀਸਾਂ ਸਾਧੂ ਸੰਤ ਮਹਾਤਮਾ ਦੇ ਰਹੇ ਐ। ਨਿਮ ਭਇਓ ਜਗ ਨਰ ਭੀਰ ਬ੍ਰਿੰਦ। ਇਸ ਤਰ੍ਹਾਂ ਖਾਲਸਾ ਜੀ ਜਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਦਾ ਦੁਸ਼ਹਿਰਾ ਮਨਾਇਆ ਹੈ ਗੁਰੂ ਕਲਗੀਧਰ ਸਾਹਿਬ ਨੇ, ਪਿਤਾ ਦਾ। ਤੇ ਇਹ ਪਹਿਲਾ ਮਹਾਰਾਜ ਨੇ ਲੰਗਰ ਲਾਇਆ ਗੁਰੂ ਕਲਗੀਧਰ ਸਾਹਿਬ ਦਾ। ਜੇ ਕੋਈ ਪੁੱਛੇ ਨਾ ਆਪ ਜੀ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਦੇ ਜੀਵਨ ਵਿੱਚ ਪਹਿਲਾ ਲੰਗਰ ਕਦੋਂ ਕੀਤਾ ਸੀ, ਜਗ ਕਦੋਂ ਕੀਤਾ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਗ ਦਾ, ਜਿਹਨੂੰ ਕਹਿ ਦਿੰਦੇ ਦੁਸ਼ਹਿਰੇ ਦਾ, ਉਹ ਗੁਰੂ ਕਲਗੀਧਰ ਸਾਹਿਬ ਨੇ ਪਹਿਲਾ ਯੱਗ ਕੀਤਾ ਸੀ। ਪਹਿਲਾ ਲੰਗਰ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਦੇ ਹੱਥੀਂ ਜਿਹੜਾ ਕੀਤਾ, ਸਾਰੀ ਜ਼ਿੰਮੇਵਾਰੀ ਨਿਭਾਈ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਦੁਸ਼ਹਿਰਾ ਸੀਗਾ। ਤੇ ਇਹੋ ਜੀ ਧੰਨ ਧੰਨ ਕਰਾਈ। ਸਭ ਮੂੰਹੋਂ ਕਹਿਣ ਲੱਗ ਪਏ ਸੀ ਵੀ ਇਹ ਤਾਂ ਨਿਰੇ ਧੰਨ, ਕਿਉਂਕਿ 10 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਖਾਲਸਾ ਜੀ ਕਿਤੇ, ਪਰ 10 ਵਰ੍ਹਿਆਂ ਦੀ ਸੋਭਾ ਦੇ ਉਮਰ ਦੇ ਵਿੱਚ ਹੀ ਗੁਰੂ ਕਲਗੀਧਰ ਸਾਹਿਬ ਜੀ ਦੀ ਸਿੱਕਾ ਜਮ ਗਿਆ ਸੀ ਸਾਰੇ ਪਾਸੇ। ਸਭ ਪਾਸੇ ਜੈ ਜੈਕਾਰ ਹੋਣ ਲੱਗ ਪਈ ਸੀ। ਪੁਰ ਆਨੰਦ ਵਿਖੈ ਹੋਇ ਅਤ ਆਨੰਦ। ਤੇ ਆਨੰਦਪੁਰ ਸਾਹਿਬ ਦੇ ਵਿੱਚ ਬੜਾ ਭਾਰੀ ਆਨੰਦ, ਉਤਸ਼ਾਹ, ਚਾਅ ਖੇੜਾ ਹੋ ਰਿਹਾ ਹੈ। ਸਿੱਖ ਸੰਗਤ ਸਭ ਤਿਪਤੇ ਬਿਲੰਦ। ਸੰਤ ਸਾਧੂ ਮਹਾਤਮਾ ਕੋਈ ਭੁੱਖਾ ਨਹੀਂ ਰਿਹਾ, ਸਭ ਰੱਜ ਰੱਜ ਕੇ ਭੋਜਨ ਛਕ ਲਏ ਹਨ। ਪੁਨ ਅਚਿਓ ਆਹਾਰ ਜੇਤਿਕ ਮਸੰਦ। ਫਿਰ ਸਾਰਿਆਂ ਤੋਂ ਮਗਰੋਂ ਜਿਹੜੇ ਸੇਵਾਦਾਰ ਸਿੱਖ ਸੀ, ਜਿਹੜੇ ਵਰਤਾਵੇ ਸੀ ਤੇ ਮਸੰਦ ਸਿੱਖ ਸੀ, ਉਹਨਾਂ ਨੇ ਲੰਗਰ ਪ੍ਰਸ਼ਾਦਾ ਛਕਿਆ। ਇਹ ਮਰਿਆਦਾ ਹੈ। ਸਫਲ ਜਨਮ ਹੈ ਤਿਨੋਂ ਕਾ ਜੋ ਖਵਾਏ ਕਹਿ ਖਾਏ। ਇਹ ਨੀਤੀ ਦਾ ਬਚਨ ਹੈ। ਕਹਿੰਦੇ ਜਨਮ ਸਫਲਾ ਹੈ ਉਹਨਾਂ ਦਾ। ਪਸ਼ੂ ਪੀ ਜਗਤ ਮੈਂ, ਵੀ ਜਿਹੜਾ ਪਸ਼ੂ ਆ ਨਾ ਖਾਲਸਾ ਜੀ, ਉਹ ਵੀ ਇਸ ਸੰਸਾਰ ਦੇ ਵਿੱਚ ਆਪਣਾ ਪੇਟ ਭਰ ਕੇ ਸੌਂਦਾ ਹੈ। ਤੇ ਸਫਲ ਜਨਮ ਹੈ ਤਿਨੋਂ ਕਾ ਜੋ ਖਵਾਏ ਕਹਿ ਖਾਏ, ਵੀ ਜਿਹੜਾ ਦੂਜੇ ਨੂੰ ਭੋਜਨ ਪ੍ਰਸ਼ਾਦਾ ਛਕਾ ਕੇ, ਲੰਗਰ ਵਰਤਾ ਕੇ ਤੇ ਫਿਰ ਆਪ ਬਹਿੰਦਾ ਪੰਗਤ ਵਿੱਚ, ਉਹਦਾ ਜਨਮ ਸਫਲਾ ਹੈ। ਤਾਂ ਮਸੰਦ ਸਿੱਖ ਜਿਹੜੇ ਸੀ, ਉਹਨਾਂ ਪਹਿਲਾਂ ਵਰਤਾਇਆ ਆਈ ਸੰਗਤ ਨੂੰ। ਜਦੋਂ ਸਾਰੀ ਸੰਗਤ ਭੁਗਤ ਗਈ, ਸ਼ਾਮ ਪਈ ਤੇ ਕਿਤੇ ਜਾ ਕੇ ਆਪ ਪ੍ਰਸ਼ਾਦਾ ਛਕਿਆ ਹੈ। ਨਰ ਅਨੇਕ ਦੇਸ਼ ਕੇ ਆਏ। ਅਨੇਕਾਂ ਤਰ੍ਹਾਂ ਦੇ ਦੇਸ਼ ਤੋਂ ਭਾਵ ਮਨੁੱਖ ਹਰ ਤਰ੍ਹਾਂ ਦੇ, ਹਰ ਭੇਖ ਦੇ ਸੰਤ ਮਹਾਤਮਾ ਆ ਰਹੇ ਹੈ। ਕਰ ਦੀਏ ਸਿਵਰ ਚਿਤ ਚਾਏ। ਤੇ ਸਭ ਦੇ ਤੰਬੂ ਲਗਵਾ ਦਿੱਤੇ, ਜਾਣ ਨਹੀਂ ਕਿਸੇ ਨੂੰ ਦਿੱਤਾ ਗਿਆ ਹੈ। ਸਭ ਪਾਸੇ ਤੰਬੂ ਲੱਗ ਗਏ ਹੈ। ਤੰਬੂ ਲਾ ਕੇ ਸਭ ਲੋਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਲੱਗ ਪਏ ਹਨ। ਸੋ ਦਿਵਸ ਬਿਤਿਓ ਪੁਨ ਬੀਤ ਰਾਤ। ਏਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਸ਼ਹਿਰੇ ਵਾਲਾ ਦਿਨ ਵੀ ਲੰਘ ਗਿਆ ਤੇ ਰਾਤ ਵੀ ਬਤੀਤ ਹੋ ਗਈ ਹੈ। ਸਭ ਗੁਰੂ ਸ਼ਬਦ ਕੋ ਗਾਏ ਪ੍ਰਾਤ। ਦਿਨ ਚੜਿਆ, ਦੀਵਾਨ ਸਜਿਆ, ਆਸਾ ਜੀ ਕੀ ਵਾਰਦਾ ਤੇ ਹੋਰ ਬੜੇ ਕੀਰਤਨ ਸ਼ਬਦ ਗਾਏ ਜਾ ਰਹੇ ਹਨ ਜੀ। ਵੱਡ ਭਇਓ ਕੋਲਾਹਲ ਮੁਦਤ ਚੀਤ। ਬੜਾ ਭਾਰੀ ਗੁਰਬਾਣੀ ਪੜ੍ਹਨ ਦਾ ਆਵਾਜ਼ਾਂ ਆ ਰਿਹਾ। ਸਭ ਪਾਸੇ ਅੰਮ੍ਰਿਤ ਵੇਲੇ ਸਿੱਖ ਚੌਂਕੜੇ ਲਾ ਕੇ ਬੈਠੇ। ਅਨੰਦਪੁਰ ਸਾਹਿਬ
ਇਕੱਠ ਬੜਾ ਹੋ ਰਿਹਾ ਹੈ, ਸਭ ਪਾਸੇ ਬਾਣੀ ਪੜ੍ਹਨ ਪੜ੍ਹਾਉਣ ਦੀ ਆਵਾਜ਼ ਆ ਰਹੀ ਹੈ, ਬੜਾ ਮਨ ਨੂੰ ਆਨੰਦ ਹੋ ਰਿਹਾ ਹੈ। ਨਰ ਮਿਲਹਿ ਪਰਸਪਰ ਧਾਰ ਪ੍ਰੀਤ। ਤੇ ਸਿੱਖ ਇੱਕ ਦੂਜੇ ਨੂੰ ਮਿਲਦੇ ਆ, ਕੋਈ ਫਲਾਣੇ ਦੇਸ਼ ਤੋਂ, ਤੂੰ ਕਿੱਥੋਂ ਆਇਆ ਭਾਈ, ਮੈਂ ਫਲਾਣੇ ਦੇਸ਼ ਤੋਂ ਆਇਆ। ਇੱਦਾਂ ਉਦੋਂ ਕਿਹੜਾ ਕੋਈ ਟੈਲੀਫੋਨ ਚਿੱਠੀਆਂ ਸਨ ਗੀਆਂ, ਵਾਹਿਗੁਰੂ ਟੈਲੀਫੋਨ ਆਦਿਕ ਸਨਗੇ। ਅਤੇ ਸਿੱਖ ਕਿਤੇ ਸਬੱਬੀ ਮੇਲ ਹੁੰਦੇ ਸੀ ਉੱਥੇ। ਫਿਰ ਜਿਹੜੇ ਪੁਰਾਣੇ ਸਿੱਖ ਸੀ ਨਾ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੇ ਪੁਰਾਣੇ ਕੋ ਪਰਿਵਾਰ, ਗੁਰੂ ਰਾਮਦਾਸ ਸਾਹਿਬ ਦੇ ਵਿਛੜੇ, ਉਹ ਸਾਰੇ ਮਿਲੇ ਫਿਰ। ਅਤੇ ਇੱਦਾਂ ਇੱਕ ਦੂਜੇ ਨੂੰ ਬੜਾ ਭਾਰੀ ਆਨੰਦ ਧਾਰ ਧਾਰ ਕੇ ਸਿੱਖ ਮਿਲਦੇ, ਗਲ ਵਕੜੀਆਂ ਪਾ ਪਾ ਕੇ ਬੜਾ ਪ੍ਰੇਮ ਰੱਖਦੇ ਆ। ਸ਼ੁਭ ਮਾਸ ਫਾਲਗੁਨ ਪ੍ਰਥਮ ਪੱਖ। ਇੱਦਾਂ ਖਾਲਸਾ ਜੀ ਦਿਨ ਚੜ੍ਹਦਾ ਗਿਆ ਅਤੇ ਸਿਆਲ ਭਰਵਾਂ ਸਿਆਲ ਲੰਘਣ ਲੱਗ ਪਿਆ ਬਾਅਦ ਵਿੱਚ। ਜਿਵੇਂ ਮਾਘ ਮਹੀਨਾ ਤਕਰੀਬਨ ਲੰਘਣ ਵਾਲਾ ਹੋ ਗਿਆ ਅਤੇ ਫੱਗਣ ਦਾ ਮਹੀਨਾ ਚੜ੍ਹਨ ਵਾਲਾ ਸੀ। ਫੱਗਣ ਵਾਲੇ ਮਹੀਨੇ ਦਾ ਪਹਿਲਾ ਪੱਖ ਜਿਹੜਾ ਹੁੰਦਾ, ਜਿਵੇਂ ਪਹਿਲੇ ਹਫਤੇ ਹੁੰਦੇ ਆ, ਦਿਨ ਪੰਚਮੀ ਸੋਗਿਨ ਲਗਨ ਮੁਖ। ਤੇ ਸਾਰਿਆਂ ਸਿੱਖਾਂ ਨੇ ਰਲ ਕੇ ਵਿਚਾਰ ਕੀਤੀ, ਮਾਤਾ ਨਾਨਕੀ ਨੇ, ਮਾਤਾ ਗੁਜਰ ਕੌਣ ਹੋਣਾ ਨੇ, ਕਿ ਹੁਣ ਗੁਰੂ ਕਲਗੀਧਰ ਸਾਹਿਬ ਨੂੰ ਪਿਤਾ ਦੀ ਦਸਤਾਰਬੰਦੀ ਕਰਦੀ ਹੈ। ਗੁਰਤਾ ਗੱਦੀ ਦਾ ਤਿਲਕ ਜਿਹੜਾ ਨਾ, ਉਹ ਸਾਰੀਆਂ ਸੰਗਤਾਂ ਦੇ ਸਾਹਮਣੇ ਲੱਗ ਜਾਵੇ ਇੱਕ ਵਾਰੀ। ਅਤੇ ਹੁਣ ਗੁਰਤਾ ਗੱਦੀ ਮਹਾਰਾਜ ਨੂੰ ਜਿਹੜੀ ਮਿਲਣੀ ਹੈ, ਭਾਵ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਤਾਂ ਬਖਸ਼ਿਸ਼ ਹੋ ਗਈ ਹੈ, ਪਰ ਇਹ ਮਰਿਆਦਾ ਸੀ ਵੀ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਤਿਲਕ ਕੱਢਦਾ ਹੁੰਦਾ ਸੀ, ਹੋਰ ਨਹੀਂ ਕੋਈ ਕੱਢ ਸਕਦਾ ਸੀ ਤਿਲਕ। ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਕੋਲੇ ਸੇਵਾ ਸੀ। ਜਦੋਂ ਵੀ ਗੁਰਤਾ ਅਗਲੇ ਜਾਂਦੀ ਨਾ ਗੁਰੂ ਸਾਹਿਬ 9ਵੇਂ ਤੋਂ 10ਵੇਂ ਨੂੰ, ਜਾਂ 5ਵੇਂ ਤੋਂ 6ਵੇਂ ਨੂੰ, 6ਵੇਂ ਤੋਂ 7ਵੇਂ ਨੂੰ, 7ਵੇਂ ਤੋਂ 8ਵੇਂ ਪਾਤਸ਼ਾਹ ਨੂੰ, ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਹੀ ਗੁਰਤਾ ਗੱਦੀ ਦਾ ਤਿਲਕ ਲਾ ਸਕਦਾ ਸੀ, ਹੋਰ ਨਹੀਂ ਸੀ ਲਾ ਸਕਦਾ। ਤਾਂ ਹੁਣ ਸਲਾਹ ਹੋਈ ਹੈ ਵੀ ਹੁਣ ਇਉਂ ਕਰੋ, ਦਿਨ ਬੰਨੋ ਵੀ ਜਿੱਦਣ ਗੁਰਤਾ ਗੱਦੀ ਦਸਤਾਰਬੰਦੀ ਹੋਣੀ ਹੈ ਗੁਰੂ ਕਲਗੀਧਰ ਸਾਹਿਬ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਦਿਨ ਗਿਣਿਆ ਖਾਲਸਾ ਜੀ, ਫੱਗਣ ਦੀ ਜਿਹੜੀ ਸੁਦੀ ਪੱਖ ਦੀ 5ਵੀਂ ਜਿਹੜੀ ਥਿੱਤ ਆ ਨਾ, ਉਹ ਗਿਣਨਾ ਕੀਤੀ ਹੈ ਜੀ। ਦਸਤਾਰ ਬੰਧਵੇ ਹੇਤ ਸੋਧ। ਜਿਹੜੇ ਮੁਖੀ ਸਿੱਖ ਸੀ ਉਹਨਾਂ ਨੇ ਦਸਤਾਰਬੰਦੀ ਕਰਨ ਵਾਸਤੇ ਫੱਗਣ ਸੁਦੀ ਪੰਚਮੀ ਦਾ ਦਿਨ ਜਿਹੜਾ ਉਹ ਬੰਨਣਾ ਕੀਤਾ ਹੈ ਜੀ। ਠਹਰਾਏ ਠੀਕ ਜਿਨ ਅਧਿਕ ਬੋਧ। ਚਲੋ ਜਿਹੜੇ ਸਿਆਣੇ ਸਨ ਨਾ, ਬਜ਼ੁਰਗ ਸਿੱਖ ਮਸੰਦ ਪੁਰਾਣੇ, ਉਹਨਾਂ ਨੇ ਰਲ ਮਿਲ ਕਰਕੇ ਗੁਰਮਤਾ ਕਰ ਦਿੱਤਾ ਵੀ ਫੱਗਣ ਸੁਦੀ ਪੰਜਵੀਂ ਵਾਲੇ ਦਿਨ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੂੰ ਦਸਤਾਰਬੰਦੀ ਹੋਣੀ ਹੈ। ਜਹ ਕਹ ਸੁਨਾਏ ਪ੍ਰਥਮੈ ਪਠਾਏ। ਤੇ ਫਿਰ ਚਿੱਠੀਆਂ ਹੁਕਮਨਾਮੇ ਭੇਜ ਦਿੱਤੇ ਗਏ ਮਾਤਾ ਗੁਜਰ ਕੌਰ ਜੀ ਵੱਲੋਂ ਵੀ ਸਾਡੇ ਸਾਹਿਬਜ਼ਾਦੇ ਨੂੰ ਦਸਤਾਰਬੰਦੀ ਹੋਣੀ ਹੈ। ਅਤੇ ਜਿੱਥੇ ਜਿੱਥੇ ਕੋਈ ਰਿਸ਼ਤੇਦਾਰੀਆਂ ਸਨ ਜਾਂ ਜਿੱਥੇ ਕੋਈ ਪੁਰਾਣੇ ਸਿੱਖ ਰਹਿੰਦੇ ਸਨ, ਸਾਰਿਆਂ ਨੂੰ ਹੁਕਮਨਾਮਾ ਸਾਹਿਬ ਭੇਜ ਦਿੱਤੇ ਗਏ ਹੈ। ਸੁਧ ਭਈ ਜਿਨਹੁ ਕਰ ਬੇਗ ਆਏ। ਜਿਹਨੂੰ ਪਤਾ ਲੱਗਦਾ ਜਾਂਦਾ ਹੈ ਵੀ ਮਹਾਰਾਜ ਗੁਰੂ ਕਲਗੀਧਰ ਸਾਹਿਬ ਦੀ ਦਸਤਾਰਬੰਦੀ ਹੋਣੀ ਹੈ ਫੱਗਣ ਦੇ ਚੜ੍ਹੇ ਮਹੀਨੇ, ਤਾਂ ਸਾਰੇ ਸਿੱਖ ਤਿਆਰੇ ਕਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਹਨ। ਲਵਪੁਰੀ ਸੁਧਾ ਸਰ ਆਦ ਮੇਲ। ਤੇ ਲਾਹੌਰ, ਇਹ ਸੋਢੀ ਸਨ ਨਾ ਗੁਰੂ ਕਲਗੀਧਰ ਸਾਹਿਬ ਜੀ, ਤੇ ਇਹ ਲਾਹੌਰ ਵਿੱਚ ਸਭ ਤੋਂ ਵੱਧ ਸੋਢੀ ਰਹਿੰਦੇ ਸੀ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਲਾਹੌਰ ਦਾ ਸੀਗਾ, ਤੇ ਪੁਰਾਣਾ ਸ਼ਰੀਕਾ ਗੁਰੂ ਰਾਮਦਾਸ ਸਾਹਿਬ ਜੀ ਦਾ ਲਾਹੌਰ ਹੀ ਰਹਿੰਦਾ ਸੀ, ਬਹੁਤਾ ਸਹਾਰੀ ਮੱਲ ਦੇ ਪਰਿਵਾਰ ਆਦਿਕ। ਤੇ ਚਿੱਠੀ ਇੱਕ ਲਿਖੀ ਹੈ ਲਾਹੌਰ ਸੋਢੀਆਂ ਨੂੰ, ਸ਼ਰੀਕੇ ਨੂੰ ਮਾਤਾ ਗੁਜਰ ਕੌਰ ਜੀ ਨੇ ਚਿੱਠੀ ਲਿਖ ਕੇ ਤੇ ਖਬਰ ਦੇ ਦਿੱਤੀ ਹੈ ਵੀ ਫੱਗਣ ਸੁਦੀ ਪੰਚਵੀ ਨੂੰ ਗੁਰੂ ਕਲਗੀਧਰ ਸਾਹਿਬ ਦੀ ਦਸਤਾਰਬੰਦੀ ਹੋਣੀ ਹੈ। ਸਿੱਖ ਸੰਗਤ ਸੁਨ ਸਭ ਚੱਲੀ ਗੈਲ। ਲਾਹੌਰ ਚਿੱਠੀਆਂ ਗਈਆਂ ਚੱਲੀਆਂ, ਲਾਹੌਰ ਦੀਆਂ ਸੰਗਤਾਂ ਬੰਨ ਬੰਨ ਕੇ ਪੋਟਲੀਆਂ ਕਈ ਦਿਨਾਂ ਦਾ ਤਿਆਰਾ ਕਰ ਕਰਕੇ ਲੀੜਾ ਕੱਪੜਾ ਸਾਂਭਲਿਆ ਤੇ ਇੱਥੇ ਅਨੰਦਪੁਰ ਸਾਹਿਬ ਆ ਰਹੇ ਹਨ। ਸ੍ਰੀ ਨਾਨਕ ਅੰਗਦ ਅਮਰ ਪਾਸ। ਗੁਰੂ ਨਾਨਕ ਸਾਹਿਬ ਦਾ ਪਰਿਵਾਰ ਬੇਦੀ ਸਨ। ਬੇਦੀਆਂ ਨੂੰ ਗੁਰੂ ਅੰਗਦ ਦੇਵ ਦਾ ਪਰਿਵਾਰ ਜਿਹੜਾ ਖਡੂਰ ਸਾਹਿਬ ਵਾਲਾ, ਤੇ ਗੋਂਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਦਾ ਜਿੰਨਾ ਅੱਗੇ ਦੀ ਅੱਗੇ ਪਰਿਵਾਰ, ਪੁੱਤ ਪੜੋਤਰੇ ਜਾਂ ਜਿਹੜੇ ਕੋ ਰਹਿੰਦੇ ਸੀ ਸ਼ਰੀਕਾ, ਉਹ ਸਾਰਾ ਪਰਿਵਾਰ ਸੱਦ ਲੈਣਾ ਕੀਤੇ ਹਨ। ਮੰਜੀ ਸਥਿਰਨ ਪਦ ਜਿਨ ਆਵਾਸ। ਫਿਰ ਜਿਨ੍ਹਾਂ ਦੇ ਘਰਾਂ ਵਿੱਚ ਮੰਜੀਆਂ ਸੀ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀ ਸੀ ਨਾ, 22 ਮੰਜੀਆਂ ਦਿੱਤੀਆਂ ਸੀ ਸਿੱਖਾਂ ਨੂੰ, ਜਾਂ ਕੋਈ ਬ੍ਰਹਮ ਗਿਆਨੀ ਦੀਆਂ ਪਦਵੀਆਂ ਸਨ, ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਘਰ ਵੱਲੋਂ ਕੋਈ ਸੇਵਾ ਗਈ ਹੋਈ ਸੀ ਪੱਕੀ ਵੀ ਤੁਸੀਂ ਸੇਵਾ ਕਰੋ। ਕੋਈ ਮਸੰਦ ਸਨ, ਕੋਈ ਪ੍ਰਚਾਰਕ ਸਨ, ਕੋਈ ਬ੍ਰਹਮ ਗਿਆਨੀ ਸਿੱਖ ਮਹਾਂਪੁਰਖ ਸਨਗੇ। ਜਿਨ੍ਹਾਂ ਨੂੰ ਗੁਰੂ ਘਰੋਂ ਵਡਿਆਈਆਂ ਮਿਲੀਆਂ ਉਹ ਆਪ ਆ ਗਏ ਜਾਂ ਉਹ ਚੜ੍ਹਾਈ ਕਰ ਗਏ ਸੀ, ਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੱਠੀਆਂ ਭੇਜ ਕੇ ਸੱਦ ਲਿਆ ਗਿਆ ਹੈ। ਨੌ ਗੁਰਨ ਵਡਾਈ ਬਖਸ਼ ਜਾਹੇ। ਭਾਵ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 9ਵੇਂ ਪਾਤਸ਼ਾਹ ਤੱਕ ਜਿਨ੍ਹਾਂ ਸਿੱਖਾਂ ਪਰਿਵਾਰਾਂ ਨੂੰ ਕੋਈ ਬਖਸ਼ਿਸ਼ ਹੋਈ ਸੀ ਨਾ ਗੁਰੂ ਘਰ ਵੱਲੋਂ,
ਉਹਨਾਂ ਪਰਿਵਾਰਾਂ ਨੂੰ ਵੀ ਖਾਸ ਕਰਕੇ ਚਿੱਠੀਆਂ ਹੁਕਮਨਾਮੇ ਭੇਜੇ ਤੇ ਇੱਥੇ ਅਨੰਦਪੁਰ ਸਾਹਿਬ ਸੱਦਿਆ ਹੈ। ਸਭ ਚੱਲੇ ਆਏ ਪੁਰ ਆਨੰਦ ਮਾਹੇ। ਅਨੰਦਪੁਰ ਸਾਹਿਬ ਖੁਸ਼ੀਆਂ ਮਨਾਉਂਦੀਆਂ ਸੰਗਤਾਂ ਇਕੱਠੀਆਂ ਹੋ ਰਹੀਆਂ ਹਨ ਜੀ। ਸਿੱਖ ਸੰਗਤਾਨ ਗਨ ਸਿਵਰ ਕਾਲ। ਬੜੀਆਂ ਸੰਗਤਾਂ ਆ ਗਈਆਂ ਨੇ, ਵੱਡੇ ਵੱਡੇ ਭਾਰੀ ਕਈ ਕੋਹ ਤੱਕ ਤੰਬੂ ਲੱਗ ਗਏ ਹਨ ਜੀ। ਕੀਨੇ ਮੁਕਾਮ ਜਹ ਕਹ ਵਿਸਾਲ। ਜਿੱਥੇ ਕਿੱਥੇ ਵੇਖੋ ਪੈਰ ਰੱਖਣ ਨੂੰ ਥਾਂ ਨਹੀਂ। ਉਦੋਂ ਸਰਾਵਾਂ ਤਾਂ ਨਹੀਂ ਸਨ ਗੀਆਂ, ਉਦੋਂ ਸਾਰੇ ਪਾਸੇ ਫਿਰ ਤੰਬੂ ਸਿੱਖ ਨਾਲ ਲੈ ਕੇ ਆਉਂਦੇ ਆਪਦੇ। ਤੰਬੂ ਲੱਗ ਗਏ ਦੂਰ ਤੱਕ, ਕਈ ਕੋ ਅਨੰਦਪੁਰ ਸਾਹਿਬ ਸੰਗਤਾਂ ਡੇਰਾ ਪਾ ਕੇ ਬੈਠੀਆਂ ਹੋਈਆਂ ਤੇ ਤੰਬੂ ਹੀ ਤੰਬੂ ਲੱਗੇ ਹੋਏ ਹਨ। ਚਹੋ ਦਿਸ਼ਾ ਨਿਕਟ ਪਰ ਗ੍ਰਾਮ ਬ੍ਰਿੰਦ। ਚਾਰ ਚਫੇਰੇ ਅਨੰਦਪੁਰ ਸਾਹਿਬ ਦੇ, ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਹੈ। ਸਾਰੇ ਪਾਸੇ ਜੈ ਜੈਕਾਰ ਹੁੰਦੀ, ਕੀਰਤਨ ਹੁੰਦਾ, ਸ਼ਬਦ ਗਾਏ ਜਾ ਰਹੇ ਹੈ। ਲੱਖਾਂ ਦੀ ਗਿਣਤੀ ਹੈ ਤੇ ਹਜ਼ਾਰਾਂ ਹੀ ਤੰਬੂ ਅਨੰਦਪੁਰ ਸਾਹਿਬ ਦੇ ਦੁਆਲੇ ਦੁਆਲੇ ਲੱਗੇ ਹੋਏ ਆ। ਸੁਨ ਸੁਨ ਸਮੂਹ ਆਨੰਦ ਬੇਲੰਦ। ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਹੈ, ਆਨੰਦ ਧਾਰ ਧਾਰ ਕੇ ਸੰਗਤਾਂ ਗੁਰੂ ਕਲਗੀਧਰ ਸਾਹਿਬ ਨੂੰ ਦਸਤਾਰ ਵੱਜਦੀ ਵੇਖਣ ਵਾਸਤੇ ਆ ਰਹੀਆਂ ਹਨ। ਦੋਹਰਾ ਆਨ ਅਕੂਰਨ ਅਰਪਤੇ। ਸੰਗਤ ਆਉਂਦੀ ਹੈ, ਲਿਆ ਲਿਆ ਕੇ ਭੇਟਾਵਾਂ ਸੋਹਣੀਆਂ ਗੁਰੂ ਕਲਗੀਧਰ ਸਾਹਿਬ ਦੇ ਚਰਨੀ ਰੱਖਦੀ ਹੈ। ਆਨੀ ਸਰਧਾ ਧਾਰ। ਜਿਹੜੀ ਵੀ ਭੇਟਾ ਕਿਸੇ ਸਿੱਖ ਨੇ ਸ਼ਰਧਾ ਧਾਰ ਕੇ ਲਿਆਂਦੀ ਹੁੰਦੀ ਹੈ। ਧੰਨ ਗੁਰੂ ਜਿਨ ਹਿੰਦ ਕੀ। ਤੇ ਫਿਰ ਸਿੱਖ ਕਹਿੰਦੇ ਆ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ ਜਿਨ੍ਹਾਂ ਇਸ ਹਿੰਦੁਸਤਾਨ ਤੇ ਇਥੋਂ ਦੇ ਹਿੰਦੂਆਂ ਦੀ ਰਾਖੀ ਸਿਰ ਦਸਤਾਰ। ਸਿਰ ਦੀ ਦਸਤਾਰ ਕੀ ਇੱਜ਼ਤ ਰੱਖ ਲਈ। ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਧੰਨ ਹੋ ਮਹਾਰਾਜ, ਜਿਨ੍ਹਾਂ ਨੇ ਹਿੰਦੂਆਂ ਦੀ ਇੱਜ਼ਤ ਪੈਜ ਪੱਤ ਸੰਸਾਰ ਵਿੱਚ ਰੱਖ ਲੈਣਾ ਕੀਤੀ ਹੈ। ਦੋਹਰਾ ਜਬ ਨੌਵੇਂ ਪਤਸ਼ਾਹ ਗੁਰ। ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਗਏ ਬਿਕੁੰਠ ਮਝਾਰ। ਸਤਿਗੁਰੂ ਸੱਚਖੰਡ ਚਾਲਾ ਪਾ ਗਏ ਸਨ। ਗੁਰ ਦਿੱਤਾ ਬ੍ਰਿਧ ਬੰਸਕੋ। ਤੇ ਹੁਣ ਕਵੀ ਜੀ ਆਪ ਜੀ ਨੂੰ ਗੁਰੂ ਕਲਗੀਧਰ ਸਾਹਿਬ ਦੀ ਦਸਤਾਰਬੰਦੀ ਵਾਸਤੇ ਕੁਝ ਗੱਲਾਂ ਧਿਆਨ ਚ ਦਵਾ ਰਹੇ ਹੈ। ਜਦੋਂ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਚਾਲਾ ਮਾਰ ਗਏ ਸੀ, ਤੁਸੀਂ ਪਿੱਛੇ ਕਥਾ ਸੁਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨਾਲ 5 ਸਿੱਖ ਗਏ ਸੀ ਪੰਜਾਬ ਤੋਂ। ਇੱਕ ਭਾਈ ਊਦਾ ਜੀ ਤੇ ਭਾਈ ਮਤੀ ਦਾਸ, ਭਾਈ ਦਇਆਲਾ ਜੀ ਤੇ ਇੱਕ ਸਾਧ ਸੰਗਤ ਜੀ ਭਾਈ ਗੁਰਦਿੱਤਾ ਜੀ। ਇਹ 5 ਸਿੱਖ ਸਨਗੇ ਤੇ ਇੱਕ ਸਾਹਿਬ ਚੰਦ ਜੀ। ਜਿਹੜੇ ਭਾਈ ਗੁਰਦਿੱਤਾ ਜੀ ਸਨ ਨਾ, ਇਹ ਬਾਬਾ ਬੁੱਢਾ ਸਾਹਿਬ ਦੀ ਅੰਸ਼ ਚੋਂ ਸੀਗੇ। ਜਿਵੇਂ ਬਾਬਾ ਬੁੱਢਾ ਸਾਹਿਬ ਦਾ ਪੁੱਤਰ ਸੀ ਭਾਈ ਭਾਨਾ, ਭਾਈ ਭਾਨੇ ਦਾ ਪੁੱਤਰ ਸੀ ਭਾਈ ਝੰਡਾ, ਭਾਈ ਝੰਡੇ ਦਾ ਪੁੱਤਰ ਮੇਰਾ ਖਿਆਲ ਇੱਕ ਹੋਰ ਵਿੱਚ ਆਉਂਦਾ ਹੈ ਤੇ ਉਹਦੇ ਅੱਗੇ ਫਿਰ ਭਾਈ ਗੁਰਦਿੱਤਾ ਸੀਗੇ। ਬਾਬਾ ਬੁੱਢਾ ਸਾਹਿਬ ਜੀ ਦੇ ਇਉਂ ਕਹਿ ਲਓ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਦੇ ਪੋਤਰੇ ਸੀ ਇਹ ਭਾਈ ਗੁਰਦਿੱਤਾ ਜੀ। ਇਹਨਾਂ ਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਲਕ ਲਾਇਆ ਸੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚਖੰਡ ਚਲੇ ਗਏ ਸਨਗੇ। ਗੁਰਤਾ ਗੱਦੀ ਦਾ ਤਿਲਕ ਨਾਵੇਂ ਪਾਤਸ਼ਾਹ ਨੂੰ ਭਾਈ ਗੁਰਦਿੱਤਾ ਜੀ ਨੇ ਲਾਇਆ। ਤੇ ਭਾਈ ਗੁਰਦਿੱਤਾ ਜੀ ਦਿੱਲੀ ਨਾਲ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸ਼ਹੀਦ ਹੋ ਗਏ। ਤੇ ਕਵੀ ਰਾਜ ਦੱਸਦੇ ਆ, ਕਹਿੰਦੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਸੀ ਤੇ ਭਾਈ ਗੁਰਦਿੱਤਾ ਜੀ ਕੈਦ 'ਚ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹੀ ਪ੍ਰਸ਼ਾਦਾ ਛਕਾਉਂਦੇ ਸੀ ਉੱਥੇ। ਮਹਾਰਾਜ ਨੇ ਔਰੰਗੇ ਦੇ ਘਰ ਦਾ ਪ੍ਰਸ਼ਾਦਾ ਨਹੀਂ ਸੀ ਛਕਿਆ, ਰਸਤ ਆ ਜਾਂਦੀ ਸੀ ਸਿੱਖਾਂ ਦੇ ਘਰਾਂ 'ਚੋਂ ਤੇ ਭਾਈ ਗੁਰਦਿੱਤਾ ਜੀ ਪਕਾ ਕੇ ਛਕਾ ਦਿੰਦੇ ਸੀ। ਜਾਂ ਮਹਾਰਾਜ ਫਿਰ ਬਹੁਤਾ ਭੁੱਖੇ ਹੀ ਰਹੇ ਜਾਂ ਸਿੱਖਾਂ ਦੇ ਘਰਾਂ 'ਚ ਛਕਦੇ ਰਹੇ। ਤੇ ਭਾਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਜੋ ਆਖਰੀ ਸਮਾਂ ਸੀ ਨਾ ਨਵੇਂ ਪਾਤਸ਼ਾਹ ਦਾ, ਤੇ ਮਹਾਰਾਜ ਨੇ ਆਖਿਆ ਸੀ ਭਾਈ ਗੁਰਦਿੱਤਾ ਜੀ ਨੂੰ, ਭਾਈ ਗੁਰਦਿੱਤਾ ਜੀ ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ ਕੱਲ੍ਹ ਨੂੰ, ਇਹਨਾਂ ਤੁਹਾਨੂੰ ਛੱਡ ਦੇਣਾ, ਤੁਹਾਡੇ ਨਾਲ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ, ਤੇ ਜਿਵੇਂ ਤੁਹਾਨੂੰ ਠੀਕ ਲੱਗਾ ਕਰ ਲਿਆ ਜੀ। ਤੇ ਭਾਈ ਗੁਰਦਿੱਤਾ ਜੀ ਨੇ ਆਖਿਆ ਸੀ, ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਮੇਰਾ ਤੁਹਾਡੇ ਤੋਂ ਬਾਅਦ ਰਹਿਣ ਨੂੰ ਜੀਅ ਨਹੀਂ ਕਰਦਾ ਸੰਸਾਰ 'ਤੇ। ਮਹਾਰਾਜ ਕਹਿੰਦੇ ਫਿਰ ਤੁਹਾਡੀ ਮਰਜ਼ੀ, ਮਹਾਰਾਜ ਮੈਨੂੰ ਆਗਿਆ ਬਖਸ਼ੋ ਵੀ ਤੁਹਾਡੇ ਤੋਂ ਬਾਅਦ ਮੈਂ ਵੀ ਸਰੀਰ ਛੱਡ ਦਿਆਂ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਆਖਿਆ ਸੀ, ਭਾਈ ਗੁਰਦਿੱਤਾ ਜੀ ਜਦੋਂ ਅਸੀਂ ਸੱਚਖੰਡ ਚਾਲਾ ਪਾ ਗਏ ਤੁਹਾਨੂੰ ਇਹਨਾਂ ਰਿਹਾ ਕਰ ਦੇਣਾ ਇੱਥੋਂ। ਤੇ ਇੱਥੋਂ ਬਾਰ-ਬਾਰ ਇੱਕ ਦਿੱਲੀ ਤੋਂ 5 ਕੋ ਮੋਤੀ ਬਾਗ, ਹੁਣ ਉੱਥੇ ਹੁਣ ਉਹਦਾ ਥਾਂ ਦਾ ਨਾਂ ਮੋਤੀ ਬਾਗ ਹੈ, ਉਦੋਂ ਥਾਂ ਗੁਪਤੀ ਸੀਗਾ ਵੀ ਉੱਥੇ ਚਲੇ ਜਾਇਆ ਜੇ। ਉੱਥੇ ਜਾ ਕੇ
ਤੇ ਤੁਸੀਂ ਆਪਦਾ ਸਰੀਰ ਛੱਡ ਦਿਆ ਜੇ। ਤੁਹਾਡੇ ਵੱਡੇ ਵਡੇਰੇ ਬਾਬਾ ਬੁੱਢਾ ਸਾਹਿਬ ਜੀ ਵੀ ਉੱਥੇ ਆਏ ਸਨਗੇ। ਤਾਂ ਉਹ ਫਿਰ ਉਹ ਹੁਣ ਸਾਖੀ ਕਵੀ ਜੀ ਥੋੜ੍ਹੀ ਉੱਥੋਂ ਸ਼ੁਰੂ ਕਰਨ ਲੱਗੇ ਆ। ਤਾਂ ਕਵੀ ਜੀ ਕਹਿੰਦੇ ਜਦੋਂ 9ਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਜਿਹੜੇ ਗੁਰੂ ਸਾਹਿਬ ਨਾਲ ਕੈਦ ਸੀ ਭਾਈ ਗੁਰਦਿੱਤਾ ਜੀ, ਸਰਬ ਪ੍ਰਕਾਰ ਨਿਹਾਰ। ਉਹਨਾਂ ਸਾਰਾ ਕੁਝ ਆਪਦੇ ਅੱਖਾਂ ਨਾਲ ਵੇਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੀ ਵੇਖੀ ਹੈ। ਚੌਪਈ ਤਜ ਦਿੱਲੀ ਤਤਸਿਨ ਚੱਲ ਗਇਓ। ਤੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸੀ, ਇਹਨੇ ਕੀ ਕੀਤਾ ਭਾਈ ਗੁਰਦਿੱਤਾ ਜੀ ਨੇ, ਦਿੱਲੀ ਛੱਡ ਕੇ ਤੇ ਦਿੱਲੀ ਤੋਂ 5 ਕੋਹ ਇੱਕ ਪਾਸੇ ਜਿੱਥੇ ਹੁਣ ਮੋਤੀ ਬਾਗ ਸਾਹਿਬ ਦਾ ਪਵਿੱਤਰ ਸਥਾਨ ਬਣਿਆ ਹੋਇਆ ਹੈ, ਪੰਜ ਕੋਸ ਪਰ ਪ੍ਰਾਪਤ ਭਇਓ। ਉਹ 5 ਕੋਹ ਆ ਦੂਰ ਇੱਥੋਂ ਦਿੱਲੀ ਤੋਂ, ਹੁਣ ਤਾਂ ਵਿੱਚ ਹੀ ਆ ਗਿਆ। ਤੇ 5 ਕੋਹ ਦਿੱਲੀ ਤੋਂ ਸੀ ਉਹਨਾਂ ਸਮਿਆਂ 'ਚ ਬਾਰ-ਬਾਰ। ਤਾਂ ਬਾਬਾ ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮੋਤੀ ਬਾਗ ਵਾਲੇ ਸਥਾਨ ਤੇ ਚਲੇ ਗਏ ਸਨ। ਆਪਨ ਵੱਡੀ ਕੋ ਪਿਖਿਓ ਸਥਾਨਾ। ਉੱਥੇ ਗੁਰੂ ਬਾਬਾ ਬੁੱਢਾ ਸਾਹਿਬ ਦਾ ਸਥਾਨ ਸੀਗਾ। ਬਾਬਾ ਬੁੱਢਾ ਸਾਹਿਬ ਜੀ ਆਏ ਸੀ ਉੱਥੇ। ਉਹ ਕਦੋਂ ਆਏ ਸੀ ਖਾਲਸਾ ਜੀ, ਜਦੋਂ ਗੁਰੂ ਕਲਗੀਧਰ ਸਾਹਿਬ ਜੀ ਦਿੱਲੀ ਆਏ ਨਾ, ਤੇ ਮਾਤਾ ਗੰਗਾ ਜੀ ਫਿਕਰ ਕਰਦੇ ਸੀ ਮਗਰੋਂ, ਤੇ ਮਾਤਾ ਗੰਗਾ ਨੇ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ ਸੀ ਵੀ ਬਾਬਾ ਜੀ ਤੁਸੀਂ ਜਾਓ ਦਿੱਲੀ ਤੇ ਵੇਖ ਕੇ ਆਓ ਵੀ ਅਜੇ ਆਏ ਨਹੀਂ ਗੁਰੂ ਹਰਗੋਬਿੰਦ ਸਾਹਿਬ ਵੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 17-18 ਵਰ੍ਹਿਆਂ ਦੀ ਸੀਗੀ ਮਹਾਰਾਜ ਦੀ ਉਮਰ। ਤਾਂ ਉਹ ਜਹਾਂਗੀਰ ਕੋਲ ਮਹਾਰਾਜ ਆਏ ਸਨ ਉਦੋਂ, ਤੇ ਮਜਨੂ ਟਿੱਲੇ ਡੇਰਾ ਪਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ। ਮਾਤਾ ਗੰਗਾ ਨੇ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ ਦਿੱਲੀ, ਤੇ ਬਾਬਾ ਬੁੱਢਾ ਸਾਹਿਬ ਜਦੋਂ ਆਏ ਤੇ ਉਦੋਂ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਜਾਣ ਲੱਗੇ ਸੀ ਗਵਾਲੀਅਰ, ਤਿਆਰਾ ਸੀ ਪੂਰਾ। ਤੇ ਮਹਾਰਾਜ ਨੇ ਆਖਿਆ ਚੰਗਾ ਕੀਤਾ ਬਾਬਾ ਜੀ ਤੁਸੀਂ ਆ ਗਏ, ਅਸੀਂ ਇੱਥੋਂ ਗਵਾਲੀਅਰ ਚਲੇ ਜਾਣਾ 1.25 ਮਹੀਨੇ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ। ਤੇ ਮਗਰੋਂ ਜਿਹੜੀ ਸਾਡੀ ਫੌਜ ਹੈ ਬਿਧੀ ਚੰਦ ਤੇ ਭਾਈ ਜੇਠੇ ਪੁਰਾਣੇ ਨੂੰ ਅਸੀਂ ਨਾਲ ਲੈ ਜਾਣਾ। ਇੱਥੇ ਜਿਹੜੀ ਫੌਜ ਹੈ, ਫੌਜ ਦੀ ਕਮਾਂਡ ਤੁਹਾਡੇ ਕੋਲੇ ਹੈ, ਤੇ ਸਾਡੀਆਂ ਫੌਜਾਂ ਦਾ ਖਿਆਲ ਰੱਖਣਾ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਥੇ ਦਿੱਲੀ ਛੱਡ ਕੇ ਫੌਜ ਜਿੰਨੀ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ 1700-1800 ਸਿੱਖ ਸੀਗਾ, ਤੇ ਘੋੜੇ ਵੀ ਇੰਨੇ ਹੀ ਸੀਗੇ, ਹਾਥੀ ਘੋੜੇ, ਜੋ ਰਾਜ ਸੱਚ ਬਾਬਾ ਬੁੱਢਾ ਸਾਹਿਬ ਨੂੰ ਦੇ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਚਲੇ ਗਏ ਸੀ ਆਪ। ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਉੱਥੋਂ ਘਾਹ ਮੁੱਕ ਗਿਆ ਸੀ ਮਜਨੂ ਟਿੱਲੇ ਦੇ ਲਾਗੇ ਲਾਗੇ, ਘੋੜੇ ਸੁੱਕਣ ਲੱਗ ਪਏ। ਸਿਆਣੇ ਸੀ ਬਾਬਾ ਬੁੱਢਾ ਸਾਹਿਬ, ਇਹਨਾਂ ਸਾਰੇ ਘੋੜੇ ਲੈ ਕੇ ਤੇ 3-4 ਕੋ ਮਜਨੂ ਟਿੱਲਾ ਜਿੱਥੇ ਦਿੱਲੀ, ਉੱਥੋਂ ਇੱਕ ਪਾਸੇ ਜਿੱਥੇ ਹੁਣ ਮੋਤੀ ਬਾਗ ਹੈ ਇੱਥੇ ਲਿਆ ਕੇ ਡੇਰਾ ਪਾ ਲਿਆ ਸੀ। ਤੇ ਇੱਥੇ ਘਾਹ ਬੜਾ ਸੀਗਾ, ਮੀਂਹ ਮੂੰਹ ਪਏ ਸਨਗੇ, ਘੋੜਿਆਂ ਨੂੰ ਵੱਢ ਕੇ ਘਾਹ ਪਾਇਆ, ਤੇ ਘਾਹ ਪਾ ਕੇ ਘੋੜਿਆਂ ਤਗੜੇ ਕਰ ਲੈ। ਜਿੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਵਾਪਸ ਦਿੱਲੀ ਆਏ ਸੀ ਨਾ, ਤੇ ਉਹਨੇ ਸਮੇਂ ਨੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਦਲ ਬੜਾ ਤਗੜਾ ਕਰ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਨੇ। ਘੋੜੇ ਹਾਥੀਆਂ ਰਜਾ ਰਜਾ ਕੇ ਹੱਟੇ ਕੱਟੇ ਕਰ ਦਿੱਤੇ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਸੀ। 6ਵੇਂ ਪਾਤਸ਼ਾਹ ਨੇ ਵਰਦਾਨ ਦਿੱਤਾ ਸੀ, ਕਹਿੰਦੇ ਬਾਬਾ ਜੀ ਅਸੀਂ ਬਹੁਤ ਖੁਸ਼ ਹਾਂ ਤੁਸੀਂ ਗੁਰੂ ਕੇ ਘੋੜਿਆਂ ਦੀ ਸੇਵਾ ਕੀਤੀ, ਸਮਾਂ ਆਏਗਾ ਤੇ ਤੁਹਾਡੇ ਨਾਂ ਤੇ ਪੰਥ ਚੱਲੇਗਾ। ਇਹ ਵਰਦਾਨ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਨੂੰ। ਤਾਂ ਖਾਲਸਾ ਜੀ ਫਿਰ ਜਦੋਂ ਸਰਬੱਤ ਖਾਲਸਾ ਹੋਇਆ ਨਾ, ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ, ਮੇਰਾ ਖਿਆਲ 1726 'ਚ ਹੋਇਆ, ਜੰਗਲਾਂ ਵਿੱਚ ਹੋਇਆ ਸੀ ਸਰਬੱਤ ਖਾਲਸਾ ਇੱਕ, ਮੇਰਾ ਉਸ ਸਰਬੱਤ, ਹਾਂ ਉਹੀ ਸਰਬੱਤ ਖਾਲਸੇ ਵਿੱਚ ਫਿਰ ਸਾਰੇ ਪੰਥ ਨੇ ਇਕੱਠੇ ਹੋ ਕੇ ਨਵਾਬ ਕਪੂਰ ਸਿੰਘ ਨੂੰ ਜਥੇਦਾਰ ਥਾਪ ਕੇ ਤੇ ਬੁੱਢਾ ਦਲ ਚਲਾਇਆ ਸੀਗਾ ਉਦੋਂ। ਵੀ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਬਚਨ ਹੋਇਆ ਸੀ ਨਾ ਗੁਰੂ ਬਾਬਾ ਬੁੱਢਾ ਸਾਹਿਬ ਨੇ, ਤੁਹਾਡੇ ਨਾਂ ਤੇ ਦਲ ਪੰਥ ਚੱਲੇਗਾ, ਉਹ ਵਚਨ ਨੂੰ ਯਾਦ ਕਰਕੇ ਫਿਰ ਦਲ ਪੰਥ ਬੁੱਢਾ ਦਲ ਚੱਲਿਆ ਸਰਬੱਤ ਖਾਲਸੇ 1726 ਵਾਲੇ 'ਚ। ਬੁੱਢਾ ਦਲ ਨੇ ਫਿਰ ਅੱਗੇ 5 ਤਰਨਾਂ ਦਲ ਬਣਾਏ ਸੀਗੇ। ਬੁੱਢਾ ਦਲ ਦੇ ਹੀ 5 ਜਿਹੜੇ ਤਰਨਾਂ ਵਾਲੇ ਬੁੱਢਾ ਦਲ ਦੇ ਬਣਾਏ ਹੋਏ ਆ। ਬੁੱਢਾ ਦਲ ਨੇ ਫਿਰ 5 ਤਰਨਾਂ ਦਲ ਬਣਾਏ ਸੀ ਉੱਥੇ ਹੀ ਸਰਬੱਤ ਖਾਲਸੇ 'ਚ, ਜਿਹਦੇ ਵਿੱਚ ਮਿਸਲ ਸ਼ਹੀਦਾਂ ਤਰਨਾਂ ਦਲ, ਜਿਹਦੇ ਜਥੇਦਾਰ ਸ਼ਹੀਦ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ ਹੋਏ। ਇਸ ਤਰ੍ਹਾਂ ਹੋਰ 5 ਬਣੇ ਸੀ ਜਥੇ। ਬੁੱਢਾ ਦਲ ਨੇ 5 ਤਰਨਾਂ ਦਲ ਥਾਪੇ ਸੀ ਉੱਥੇ। ਉਹ ਫਿਰ ਇੱਦਾਂ ਖਾਲਸਾ ਜੀ ਫਿਰ ਉਹ ਪੰਥ ਉੱਥੋਂ ਵਿਚਰ ਕੇ ਫਿਰ ਹੌਲੀ ਹੌਲੀ ਜੰਗਲਾਂ 'ਚ ਰਹਿੰਦਾ ਰਿਹਾ। ਉਹ ਇਹ ਇੱਥੋਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੋਂ ਬੁੱਢਾ ਦਲ ਚੱਲਿਆ। ਨਵਾਬ ਕਪੂਰ ਸਿੰਘ ਜੀ ਜਥੇਦਾਰ ਬਣੇ ਆ ਪਹਿਲੇ। ਇਸ ਤਰ੍ਹਾਂ ਸਮਝਣਾ ਖਾਲਸਾ ਜੀ, ਤੇ ਰਹੋ ਵਿਚਾਰ। ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ
ਕਵੀ ਜੀ ਕਹਿੰਦੇ ਭਾਈ ਗੁਰਦਿੱਤਾ ਜੀ ਫਿਰ ਜੇਲ੍ਹ ਚੋਂ ਰਿਹਾ ਹੋ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਥਾਂ ਤੇ ਚਲੇ ਗਏ ਸੀ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਦੀ ਸੰਭਾਲ ਕੀਤੀ ਸੀ। ਹੁਣ ਉੱਥੇ ਮੋਤੀ ਬਾਗ ਸਥਾਨ ਆ 10ਵੇਂ ਪਾਤਸ਼ਾਹ ਦਾ, 10ਵੇਂ ਪਾਤਸ਼ਾਹ ਬਾਅਦ 'ਚ ਗਏ ਉੱਥੇ। ਤੋ ਉਸ ਸਥਾਨ ਦੀ ਕਥਾ ਜੀ ਆਪ ਜੀ ਸ਼ਰਵਣ ਕਰ ਰਹੇ ਹੋ। ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਹੈ ਮੋਤੀ ਬਾਗ ਵਾਲੇ ਸਥਾਨ ਤੇ ਸੀ ਤੇ ਭਾਈ ਗੁਰਦਿੱਤਾ ਜੀ ਉੱਥੇ ਜਾ ਪਹੁੰਚੇ ਹਨ। ਕਿਤਕ ਕਾਲ ਬ੍ਰਿਧ ਰਹਿਓ ਸੁਜਾਨਾ, ਕਿਉਂਕਿ ਬੜੇ ਸਿਆਣੇ ਬਾਬਾ ਬੁੱਢਾ ਸਾਹਿਬ ਜੀ 6ਵੇਂ ਪਾਤਸ਼ਾਹ ਦੇ ਸਮੇਂ ਇਸ ਸਥਾਨ ਤੇ ਗੁਰੂ ਕੇ ਘੋੜਿਆਂ ਦੀ ਸੇਵਾ ਕਰਦੇ ਰਹੇ ਕੁਝ ਸਮਾਂ। ਬੌਢਿਓ ਤਹਾਂ ਕੋ ਸ਼ਾਸਨ ਕਰਕੇ, ਤੇ ਭਾਈ ਗੁਰਦਿੱਤਾ ਜੀ ਛੁੱਟ ਕੇ ਜੇਲ੍ਹ ਚੋਂ ਤੇ ਸਿੱਧਾ ਉੱਥੇ ਗਏ ਚਲੇ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਜਾ ਕੇ ਇਹਨਾਂ ਨੇ ਘਾਹ ਵੱਢ ਕੇ ਥੋੜਾ ਬਹੁਤਾ ਦੱਬ ਇਕੱਠੀ ਕਰਕੇ ਤੇ ਭੋਏ ਤੇ ਆਸਣ ਬਣਾ ਲਿਆ ਹੈ। ਸ੍ਰੀ ਸਤਿਗੁਰ ਮੂਰਤ ਉਰ ਧਰ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੂਰਤ ਨੂੰ ਆਪਦੇ ਹਿਰਦੇ ਧਿਆਨ ਵਿੱਚ ਧਾਰਨਾ ਕੀਤਾ, ਸਤਿਗੁਰੂ ਨਾਮੇ ਪਾਤਸ਼ਾਹ ਦਾ ਧਿਆਨ ਧਾਰਿਆ ਹੈ। ਦਸਮੋ ਦਵਾਰ ਪੌਣ ਤੇ ਫੋਰ, ਤੇ ਨੇਤਰ ਬੰਦ ਕਰਕੇ ਲੰਮੇ ਪੈ ਗਏ। 10ਵੇਂ ਦਵਾਰ 'ਚ ਪੌਣ ਚੜਾ ਕੇ ਤੇ ਬ੍ਰਹਮ ਰੰਧਰਾ ਨਾੜੀ ਨੂੰ ਭੰਨ ਕਰਕੇ ਜੀ ਆਪਦੇ 10ਮ ਦਵਾਰ ਨੂੰ ਭੰਨ ਕਰਕੇ ਪੌਣ ਦੇ ਬਲ ਨਾਲ ਜ਼ੋਰ ਦੇ ਨਾਲ ਤ੍ਰਿਣ ਸਮ ਨਿਜ ਸਰੀਰ ਕੋ ਛੋਰਾ, ਤੇ ਸਰੀਰ ਛੱਡ ਦਿੱਤਾ ਸੀ ਭਾਈ ਗੁਰਦਿੱਤਾ ਜੀ ਨੇ। ਜਿਵੇਂ ਕੱਖ ਨਹੀਂ ਸੁੱਟੀਦਾ ਇਦਾਂ ਸਰੀਰ ਛੱਡ ਕੇ ਭਾਈ ਗੁਰਦਿੱਤਾ ਜੀ ਸੱਚਖੰਡ ਚਾਲਾ ਮਾਰ ਗਏ ਸਨ। ਹੀਰ ਨਰਨ ਤੇ ਹਠਾਂ ਸੰਸਕਾਰਾ, ਤੇ ਦਿੱਲੀ ਦੀਆਂ ਸੰਗਤਾਂ ਸਿਆਣਦੀਆਂ ਹੀ ਸੀ ਵੀ ਬਾਬਾ ਬੁੱਢਾ ਸਾਹਿਬ ਕੀ ਅੰਸ਼ ਚੋਂ ਭਾਈ ਗੁਰਦਿੱਤਾ ਜੀ ਹੈ। ਦਿੱਲੀ ਦੀਆਂ ਸੰਗਤਾਂ ਉਹਨਾਂ ਦਾ ਸਰੀਰ ਇਸ਼ਨਾਨ ਕਰਾ ਕੇ ਤੇ ਉਸੇ ਹੀ ਸਥਾਨ ਤੇ ਮੋਤੀ ਬਾਗ ਵਾਲੇ ਤੇ ਭਾਈ ਗੁਰਦਿੱਤਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਹੈ। ਅਬ ਲੋ ਚਿੰਨਤ ਥਾਨ ਨਿਹਾਰਾ, ਤੇ ਹੁਣ ਤੱਕ ਕਵੀ ਜੀ ਕਹਿੰਦੇ ਉੱਥੇ ਮੋਤੀ ਬਾਗ ਸਾਹਿਬ ਦਾ ਪਵਿੱਤਰ ਸਥਾਨ ਹੈ ਜੀ। ਤਿਸ ਗੁਰ ਦਿੱਤੇ ਕੋ ਸੁਤ ਪਾਛੇ, ਹੁਣ ਕਵੀ ਜੀ ਕਹਿੰਦੇ ਅਗਲੀ ਕਥਾ ਸੁਣੋ ਭਾਈ। ਜਦੋਂ ਭਾਈ ਗੁਰਦਿੱਤਾ ਜੀ ਸੱਚਖੰਡ ਚਾਲਾ ਮਾਰ ਕੇ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵਿੱਚੋਂ ਤੇ ਭਾਈ ਗੁਰਦਿੱਤਾ ਜੀ ਦੇ ਸੱਚਖੰਡ ਜਾਣ ਤੋਂ ਪਿੱਛੋਂ ਉਹਨਾਂ ਦਾ ਪੁੱਤਰ ਸੀ ਇੱਕ, ਜਿਹਦੀ ਉਮਰ ਕੇਵਲ 3 ਵਰ੍ਹਿਆਂ ਦੀ ਸੀ, ਤੇ ਉਹ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਜੋ 3 ਵਰ੍ਹਿਆਂ ਦਾ ਹੈ। ਰਾਮ ਕੋਇਰ ਬ੍ਰਹਮ ਗਿਆਨੀ ਆਛੇ, ਉਹਦਾ ਨਾਮ ਹੈ ਭਾਈ ਰਾਮ ਕੋਇਰ ਜੀ। ਤੇ ਰਾਮ ਕੋਇਰ ਬ੍ਰਹਮ ਗਿਆਨੀ ਸਾਧੂ ਹੈ, ਬਹੁਤ ਭਾਰੀ। ਇਹ ਉਹ ਰਾਮ ਕੋਇਰ ਜੀ ਆ ਖਾਲਸਾ ਜੀ ਜਿਹਨੇ ਸੂਰਜ ਪ੍ਰਕਾਸ਼ ਗ੍ਰੰਥ, ਪਿੱਛੇ ਤੁਹਾਨੂੰ ਇੱਕ ਦਿਨ ਕਥਾ 'ਚ ਦੱਸਿਆ ਸੀ ਵੀ ਸੂਰਜ ਪ੍ਰਕਾਸ਼ ਗ੍ਰੰਥ ਕਿਵੇਂ ਬਣਿਆ। ਇਹ ਰਾਮ ਕੋਇਰ ਉਹ ਹੈ ਜਿਸ ਰਾਮ ਕੋਇਰ ਜੀ ਨੇ ਕਥਾ ਸੁਣਾਈ ਸੀ 13 ਹਜ਼ੂਰ ਸਾਹਿਬ ਵਾਲੇ ਸਿੰਘਾਂ, ਤੇ ਉਹ 13 ਸਿੰਘਾਂ ਦੀ ਸੁਣਾਈ ਕਥਾ ਸਾਹਿਬ ਸਿੰਘ ਨੇ ਲਿਖੀ ਤੇ ਬੀਬੀ ਪ੍ਰਧਾਨ ਕੌਰ ਦੇ ਕੋਲ ਆਈ ਸੀ, ਬਾਬੇ ਆਲਾ ਸਿੰਘ ਦੀ ਪੁੱਤਰੀ ਕੋਲੇ। ਤੇ ਇਥੋਂ ਕਵੀ ਸੰਤੋਖ ਸਿੰਘ ਸਾਹਿਬ ਨੂੰ ਮਿਲੀ ਆ ਕੈਂਥਲ ਦੇ ਰਾਜੇ ਰਾਹੀਂ ਭਾਈ ਉਦੇ ਸਿੰਘ ਨੇ ਲੈ ਕੇ ਦਿੱਤੀ। ਇਹ ਸਾਖੀ ਉਹਦਾ ਗ੍ਰੰਥ ਬਣਿਆ। ਤਾਂ ਇਹ ਭਾਈ ਰਾਮ ਕੋਇਰ ਉਹ ਸਾਧੂ ਹੈ ਜਿਹੜਾ ਸਾਧ ਸੰਗਤ ਜੀ ਇਹ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਦਾ ਕਰਤਾ ਕਹਿ ਲਓ, ਪਿੱਛੇ ਮੁੱਢ ਬਣਦਾ। ਤੋ ਕਵੀ ਰਾਜ ਕਹਿੰਦੇ ਭਾਈ ਬਾਬਾ ਗੁਰਦਿੱਤਾ ਦਾ ਪੁੱਤਰ ਹੈ ਬ੍ਰਹਮ ਗਿਆਨੀ, ਜਿਹਦਾ ਨਾਮ ਹੈ ਭਾਈ ਰਾਮ ਕੋਇਰ ਜੀ ਹੈ, ਤੇ ਬ੍ਰਹਮ ਗਿਆਨੀ ਸਾਧੂ ਹੈ ਜੀ। ਰਾਮਦਾਸ ਕੇ ਗ੍ਰਾਮ ਆਵਾਸ, ਇਹਦਾ ਪਿੰਡ ਸੀ ਰਮਦਾਸ ਕੇ। ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਪ ਜੀ ਕਰਤਾਰਪੁਰ ਸਾਹਿਬ ਬਾਰਡਰ ਨੂੰ ਜਾਈਏ ਨਾ, ਜਿੱਥੇ ਉਹ ਮਹਾਰਾਜ ਦਾ ਨਾਮ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਕਰਤਾਰਪੁਰ ਸਾਹਿਬ, ਉੱਥੇ ਰਾਜ ਰਮਦਾਸ ਆਉਂਦਾ ਹੈ। ਰਮਦਾਸ ਕੇ ਪਿੰਡ ਇਹ ਰਹਿਣ ਵਾਲੇ ਸੀ। ਘਰ ਭਾਈ ਰਾਮ ਕੋਇਰ ਜੀ ਦਾ ਰਮਦਾਸ ਕੇ ਪਿੰਡ ਹੈ ਸੀ। ਨਿਜ ਸਿੱਖ ਕਰੇ ਸਕੇਲਨ ਪਾਸ, ਜਦੋਂ ਭਾਈ ਗੁਰਦਿੱਤਾ ਜੀ ਚੜ੍ਹਾਈ ਕਰ ਗਏ ਤੇ ਇਹਨਾਂ ਦੇ ਪੁੱਤਰ ਭਾਈ ਰਾਮ ਕੋਇਰ ਜੀ ਨੇ ਆਪਦੇ ਨਾਲ ਦੇ ਇਲਾਕੇ ਦੀਆਂ ਸੰਗਤਾਂ ਤੇ ਸਿੱਖਾਂ ਨੂੰ ਇਕੱਠਿਆਂ ਕੀਤਾ ਹੈ। ਆਰ ਬਲਾ ਲੱਗ ਹੈ ਜਿਸ ਕੀਰੀ, ਤੇ ਸਿੱਖਾਂ ਸਾਰੇ ਜਾਂ ਐਂ ਕਹਿ ਲਓ ਵੀ ਨਾਲ ਦੇ ਸਿੱਖਾਂ ਨੇ ਜਿਹੜਾ ਨਾ ਉਹ ਇਕੱਠਿਆਂ ਕਰਕੇ ਪਤਾ ਲੱਗਿਆ ਵੀ ਹੁਣ ਭਾਈ ਗੁਰਦਿੱਤਾ ਤਾਂ ਚੜ੍ਹਾਈ ਕਰ ਗਏ ਹੈ, ਤੇ ਭਾਈ ਰਾਮ ਕੋਇਰ 3 ਵਰ੍ਹਿਆਂ ਦੇ ਬਾਲਕ ਨੂੰ ਨਾਲ ਲੈ ਕੇ, ਤੇ ਉਮਰ ਕਿਉਂਕਿ ਬਹੁਤ ਥੋੜੀ ਸੀ ਭਾਈ ਗੁਰਦਿੱਤਾ ਦੇ ਪੁੱਤਰ ਭਾਈ ਰਾਮ ਕੋਇਰ ਦੀ, 3 ਸਾਲ ਦੇ ਉਮਰ ਦੇ ਇਸ ਭੁਚੰਗੀ ਨੂੰ ਨਾਲ ਲੈ ਕਰਕੇ 3 ਸੰਬਤ ਬੀਤੇ ਤਿਸ ਬੇਰੀ, ਤੇ ਸਾਧ ਸੰਗਤ ਜੀ 3 ਕੁ ਸਾਲ ਜਿਹੜੇ ਬਾਬਾ ਗੁਰਦਿੱਤਾ ਜੀ ਜਿਹੜੇ ਰਾਮ ਕੋਇਰ ਜੀ 3 ਸਾਲ ਦੀ ਉਮਰ ਸੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਦੀ, ਤਾਂ ਇਲਾਕੇ ਦੀਆਂ ਸੰਗਤਾਂ ਸਾਰੀਆਂ ਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਤਾਂ ਸੱਚਖੰਡ ਚਾਲਾ ਮਾਰ ਗਏ ਹੈ ਤੇ ਭਾਈ ਗੁਰਦਿੱਤਾ ਜੀ ਵੀ ਮਾਰ ਗਏ ਹੈ, ਹੁਣ 10ਵੇਂ ਪਾਤਸ਼ਾਹ ਨੂੰ ਦਸਤਾਰਬੰਦੀ ਹੋਣੀ ਹੈ ਕੁਰਤਾ ਗੱਦੀ ਦੀ, ਤੇ ਤਿਲਕ ਲਾਉਂਦੇ ਆ ਬਾਬਾ ਬੁੱਢਾ ਸਾਹਿਬ ਕੇ, ਤੇ ਬਾਬਾ ਬੁੱਢਾ ਸਾਹਿਬ ਕਿਆਂ ਦੇ ਵਿੱਚੋਂ ਤਾਂ ਭਾਈ ਗੁਰਦਿੱਤਾ ਸੱਚਖੰਡ ਚਾਲਾ ਮਾਰ ਗਏ। ਤਾਂ ਸਿਆਣਿਆਂ ਸਿੱਖਾਂ ਨੇ ਸਮਝਿਆ
ਵੀ ਹੁਣ ਗੁਰੂ ਕਲਗੀਧਰ ਸਾਹਿਬ ਨੂੰ ਤਿਲਕ ਲਾਊ, ਇਹ ਬੱਚਾ ਲਾਊਗਾ ਜਿਹਦੀ ਉਮਰ ਕੇਵਲ 3 ਸਾਲ ਦੀ ਹੈ। ਤਿਨ ਘਰ ਜੀਤਿਕ ਸਿੱਖ ਸਿਆਨੇ। ਫਿਰ ਭਾਈ ਰਾਮ ਕੌਰ ਬਾਬਾ ਬੁੱਢਾ ਸਾਹਿਬ ਦੇ ਘਰ ਵਿੱਚ ਜਿਹੜੇ ਚੰਗੇ ਬਜ਼ੁਰਗ ਸਿਆਣੇ ਸਿੱਖ ਜ਼ਿੰਮੇਵਾਰ ਰਹਿੰਦੇ ਸਨ। ਪ੍ਰਥਮ ਰੀਤ ਸਤਿਗੁਰ ਕੀ ਜਾਣੇ। ਉਹਨਾਂ ਨੂੰ ਮਰਿਆਦਾ ਪਤਾ ਸੀ ਵੀ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਹੀ ਲਾਉਂਦਾ ਹੈ, ਹੋਰ ਨਹੀਂ ਕੋਈ ਲਾ ਸਕਦਾ ਹੈ। ਲੇਹ ਕਰ ਗਨ ਅਕੋਰ ਚੱਲ ਆਏ। ਉਹਨਾਂ ਕੀ ਕੀਤਾ ਖਾਲਸਾ ਜੀ, ਭਾਈ ਰਾਮ ਕੌਰ 3 ਵਰਿਆਂ ਦੇ ਭੁਜੰਗੀ ਨੂੰ ਚੁੱਕਿਆ ਨਾਲ, ਤੇ ਰਾਮਦਾਸ ਕੇ ਸਿਆਣੀਆਂ ਸੰਗਤਾਂ ਨੇ ਤਿਲਕ ਦਿਵਾਉਣ ਵਾਸਤੇ ਗੁਰੂ ਕਲਗੀਧਰ ਸਾਹਿਬ ਨੂੰ ਬਾਬਾ ਰਾਮ ਕੌਰ ਭੁਜੰਗੀ ਨੂੰ ਨਾਲ ਲੈ ਕੇ 3 ਸਾਲ ਦੇ ਨੂੰ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲਾ ਮਾਰ ਦਿੱਤਾ। ਬੜੀਆਂ ਭੇਟਾਵਾਂ ਨਾਲ ਲੈ ਲਈਆਂ ਹਨ। ਸੰਗ ਦਾਸ ਸਿੱਖ ਕਰ ਸਮੁਦਾਏ। ਬਹੁਤ ਸਿੱਖ ਨਾਲ ਹੈ, ਬੜੀਆਂ ਸੰਗਤਾਂ ਭਾਰੀ ਨਾਲ ਆਈਆਂ ਹਨ ਜੀ। ਪਾਤਸ਼ਾਹੀ ਕੇ ਜਥਾ ਵਜੀਰ। ਜਿਵੇਂ ਕਵੀ ਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਕੇ ਪਰਿਵਾਰ ਦਾ ਗੁਰੂ ਘਰ ਵਿੱਚ ਇੰਨਾ ਚੜ੍ਹਤ ਇੰਨਾ ਰਸੂਖ ਹੈ, ਜਿਵੇਂ ਬਾਦਸ਼ਾਹ ਦੇ ਘਰ ਵਿੱਚ ਵਜ਼ੀਰ ਦੀ ਟੌਰ ਹੁੰਦੀ ਹੈ ਨਾ, ਬਾਬਾ ਬੁੱਢਾ ਸਾਹਿਬ ਕੇ ਪਰਿਵਾਰ ਦੀ ਗੁਰੂ ਘਰ ਵਿੱਚ ਇੰਨੀ ਟੌਰ ਰਸੂਖ ਹੈ। ਤੇ ਮਾਨੋ ਗੁਰੂ ਕਲਗੀਧਰ ਸਾਹਿਬ ਜੀ ਬਾਦਸ਼ਾਹ ਬਣਨ ਲੱਗੇ ਹੈ, ਤੇ ਬਾਦਸ਼ਾਹ ਦਾ ਵਜ਼ੀਰ ਬਾਬਾ ਬੁੱਢਾ ਸਾਹਿਬ ਦੀ 5ਵੀਂ ਅੰਸ਼ ਵਿੱਚੋਂ ਭਾਈ ਰਾਮ ਕੌਰ ਜੀ ਹੈ। ਤਿਮ ਗੁਰ ਘਰ ਮਹਿ ਇਹ ਮਤ ਧੀਰ। ਇਦਾਂ ਮਤ ਵਾਲੇ ਸਿਆਣੇ ਆ ਬਾਬਾ ਬੁੱਢਾ ਸਾਹਿਬ ਜੀ ਕੇ ਪਰਿਵਾਰ ਦੀ ਇੰਨੀ ਚੜ੍ਹਤ ਹੈ ਗੁਰੂ ਘਰ ਵਿੱਚ, ਜਿਵੇਂ ਬਾਦਸ਼ਾਹ ਦੇ ਘਰ ਵਿੱਚ ਵਜ਼ੀਰਾਂ ਦੀ ਹੁੰਦੀ ਹੈ। ਪੂਰਬ ਜੋ ਗੁਰਤਾ ਕੋ ਟੀਕਾ। ਕਿਉਂਕਿ ਸ਼ੁਰੂ ਤੋਂ ਲੈ ਕੇ ਜਦੋਂ ਵੀ ਗੁਰਤਾ ਗੱਦੀ ਅੱਗੇ ਜਾਂਦੀ ਤੇ ਗੁਰਤਾ ਦਾ ਤਿਲਕ ਲੱਗਦਾ ਹੈ। ਇਹ ਨਿਜ ਹਾਥ ਕਾਢ ਤੇ ਨੀਕਾ। ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਹੀ ਮੱਥੇ ਤੇ ਤਿਲਕ ਲਾਉਂਦਾ, ਹੋਰ ਨਹੀਂ ਕੋਈ ਲਾ ਸਕਦਾ। ਗੁਰੂ ਅੰਗਦ ਦੇਵ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਨੇ ਲਾਇਆ, ਗੁਰੂ ਅਮਰਦਾਸ ਸਾਹਿਬ ਦੇ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਨੇ, ਗੁਰੂ ਰਾਮਦਾਸ ਸਾਹਿਬ ਨੂੰ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਨੇ, ਗੁਰੂ ਅਰਜਨ ਦੇਵ ਸਾਹਿਬ ਨੂੰ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਨੇ, ਗੁਰੂ ਹਰ ਰਾਏ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਨੇ, ਤੇ ਗੁਰੂ ਹਰ ਰਾਏ ਸਾਹਿਬ ਨੂੰ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਦੇ ਪੁੱਤ ਭਾਈ ਭਾਨੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤਿਲਕ ਲਾਇਆ ਭਾਈ ਝੰਡੇ ਨੇ, ਬਾਬਾ ਬੁੱਢਾ ਸਾਹਿਬ ਦੇ ਪੋਤਰੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਦੇ ਪੜਪੋਤਰੇ ਭਾਈ ਗੁਰਦਿੱਤੇ ਨੇ। ਤੇ ਹੁਣ ਗੁਰੂ ਕਲਗੀਧਰ ਸਾਹਿਬ ਦੀ ਵਾਰੀ ਹੈ। ਹੁਣ ਭਾਈ ਰਾਮ ਕੌਰ ਜੀ 3 ਸਾਲ ਦੀ ਉਮਰ ਹੈ ਅਜੇ, ਤੇ ਗੁਰੂ ਕਲਗੀਧਰ ਸਾਹਿਬ ਨੂੰ ਤਿਲਕ ਲਾਉਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਪਹੁੰਚੇ ਹੈ। ਤਬ ਸੰਗਤ ਮਹਿ ਨਿਸ਼ਚੈ ਹੋਈ। ਜਿੰਨਾ ਸਮਾਂ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਟਿੱਕਾ ਨਹੀਂ ਨਾ ਸੀ ਲਾਉਂਦਾ ਖਾਲਸਾ ਜੀ, ਉਹਨਾਂ ਸਮਾਂ ਸੰਗਤਾਂ 'ਚ ਭਰੋਸਾ ਨਹੀਂ ਸੀ ਹੁੰਦਾ ਗੁਰੂ ਕੌਣ ਹੈ। ਕਿਉਂਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚਖੰਡ ਚਾਲਾ ਮਾਰ ਗਏ ਸੀ ਤੇ 22 ਗੁਰੂ ਬਣ ਕੇ ਬਹਿ ਗਏ ਸੀ, ਪਰ ਸੰਗਤਾਂ ਭਰੋਸਾ ਨਹੀਂ ਸੀ ਕਰਦੀਆਂ। ਤੇ ਧੀਰ ਮੱਲ ਨੇ ਬਾਬੇ ਬੁੱਢੇ ਸਾਹਿਬ ਦੇ ਅੱਗੇ ਅੰਸ਼ ਚੋਂ ਭਾਈ ਗੁਰਦਿੱਤੇ ਨੂੰ ਆਖਿਆ ਸੀ, ਭਾਈ ਗੁਰਦਿੱਤੇ ਜੀ ਮੈਂ ਤੈਨੂੰ ਅੱਧੀ ਭੇਟਾ ਦੇ ਦਿਆਂ ਕਰਾਂਗਾ, ਜਿੰਨੀ ਮੱਥਾ ਟਿਕਾਈ ਹੋਏਗੀ ਨਾ ਅੱਧੀ ਭੇਟਾ ਤੁਹਾਨੂੰ ਦੇ ਦਿਆਂਗਾ, ਤੁਸੀਂ ਮੈਨੂੰ ਤਿਲਕ ਲਾ ਦਿਓ ਗੁਰਤਾ ਗੱਦੀ ਦਾ। ਪਰ ਬਾਬਾ ਬੁੱਢਾ ਸਾਹਿਬ ਕਿਆ ਤਿਲਕ ਨਹੀਂ ਸੀ ਲਾਇਆ ਧੀਰ ਮੱਲ ਨੂੰ, ਆਖਿਆ ਨਹੀਂ, ਗੁਰਤਾ ਗੱਦੀ ਦੇ ਹੱਕਦਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੀ। ਕਵੀ ਜੀ ਕਹਿੰਦੇ ਜਿੰਨਾ ਸਮਾਂ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਨਵੇਂ ਬਣੇ ਸਤਿਗੁਰਾਂ ਦੇ ਮੱਥੇ ਤੇ ਤਿਲਕ ਨਹੀਂ ਨਾ ਲਾ ਦਿੰਦਾ ਸੀ, ਉਹਨਾਂ ਸਮਾਂ ਸੰਗਤਾਂ ਮੱਥਾ ਨਹੀਂ ਸਨ ਟੇਕਦੀਆਂ। ਇੰਨਾ ਭਾਰੀ ਪ੍ਰਤਾਪ ਸੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕੇ ਪਰਿਵਾਰ ਦਾ। ਗੁਰੂ ਭਇਓ ਗਾਦੀ ਪਰ ਸੋਏ। ਜਿੰਦੇ ਮੱਥੇ ਤੇ ਟਿੱਕਾ ਲਾ ਦਿੰਦੇ ਸੀ ਬਾਬਾ ਬੁੱਢਾ ਸਾਹਿਬ ਕਾ ਪਰਿਵਾਰ, ਉਹੀ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਹੁੰਦਾ ਸੀ, ਉਹੀ ਗੁਰੂ ਅਖਵਾਉਂਦਾ ਸੀ। ਪੰਚਮ ਪਾਤਸ਼ਾਹ ਤੇ ਪਾਛੇ। 5ਵੇਂ ਪਾਤਸ਼ਾਹ ਮਹਾਰਾਜ ਤੋਂ ਪਿੱਛੋਂ ਜੀ ਕਲਗੀ ਬਾਜ ਸ਼ਸਤਰ ਦੇ ਆਛੇ। ਫਿਰ ਕਲਗੀ ਬਾਜ ਤੇ ਸ਼ਸਤਰ ਦੇਣ ਲੱਗ ਪਏ। ਹੁਣ ਇਹ ਗੱਲ ਧਿਆਨ ਦੇਣ ਯੋਗ ਹੈ ਖਾਲਸਾ ਜੀ, ਗੁਰੂ ਨਾਨਕ ਸਾਹਿਬ ਨੇ ਜਦੋਂ ਸੱਚਖੰਡ ਚਾਲਾ ਮਾਰਿਆ ਨਾ, ਉਦੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਮਿਲੀ ਹੈ, ਤੇ ਗੁਰੂ ਅਮਰਦਾਸ ਨੂੰ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ, ਤੇ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਸਾਹਿਬ ਤੱਕ, ਪਹਿਲੀਆਂ 5 ਪਾਤਸ਼ਾਹੀਆਂ ਤੱਕ ਜਦੋਂ ਗੁਰਤਾ ਮਿਲਦੀ ਸੀ ਨਾ, ਤੇ ਬਾਬਾ ਬੁੱਢਾ ਸਾਹਿਬ ਕੇ ਪਰਿਵਾਰ ਵੱਲੋਂ ਇੱਕ ਮਾਲਾ, ਇੱਕ ਦਸਤਾਰ, ਇੱਕ ਮੰਜੀ, ਇਹ 3 ਚੀਜ਼ਾਂ ਤੇ 1-2 ਚੀਜ਼ਾਂ ਹੋਰ, 3 ਤਾਂ ਖਾਸ, ਇਹ 3 ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਸਤਿਗੁਰੂ ਨੂੰ। ਮੰਨ ਲਓ ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਗਏ ਆ ਨਾ, ਤੇ ਬਾਬਾ ਬੁੱਢਾ ਸਾਹਿਬ ਵੱਲੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਜਦੋਂ ਟਿੱਕਾ ਲਾਇਆ ਨਾ ਮੱਥੇ ਤੇ, ਇੱਕ ਪੀੜਾ ਸਾਹਿਬ ਜਿਹਨੂੰ ਮੰਜੀ ਕਹਿ ਦਿੰਦੇ ਆ, ਇੱਕ ਮਾਲਾ, ਇੱਕ ਦਸਤਾਰ,
ਇਹ ਤਿੰਨ ਚੀਜ਼ਾਂ ਦਿੱਤੀਆਂ ਸੀ ਗੁਰੂ ਅੰਗਦ ਦੇਵ ਸਾਹਿਬ ਨੂੰ। ਗੁਰੂ ਅੰਗਦ ਦੇਵ ਸਾਹਿਬ ਜਦੋਂ ਸੱਚਖੰਡ ਗਏ, ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਹੋਈ ਹੈ, ਉਦੋਂ ਵੀ ਬਾਬਾ ਬੁੱਢਾ ਸਾਹਿਬ ਨੇ ਇੱਕ ਮੰਜੀ, ਇੱਕ ਮਾਲਾ, ਇੱਕ ਦਸਤਾਰ ਇਹ ਦਿੱਤੀ ਜਾਂਦੀ ਸੀ। ਪੰਜਵੇਂ ਪਾਤਸ਼ਾਹ ਤੱਕ ਐਂ ਰਿਹਾ ਹੈ। ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਹੋਏ ਤੱਤੀ ਤਵੀ ਤੇ ਬੈਠੇ ਹੈ, ਜਦੋਂ ਛੇਵੇਂ ਪਾਤਸ਼ਾਹ ਨੂੰ ਗੁਰਤਾ ਮਿਲੀ ਤੇ ਛੇਵੇਂ ਪਾਤਸ਼ਾਹ ਦੀ ਉਮਰ 9 ਸਾਲ ਸੀ ਉਦੋਂ। ਤੇ ਜਦੋਂ ਛੇਵੇਂ ਪਾਤਸ਼ਾਹ ਨੂੰ ਗੁਰਤਾ ਦਾ ਤਿਲਕ ਲੱਗਾ ਨਾ ਜਿੱਦਣ, ਤੇ ਸੰਗਤਾਂ ਨੇ ਕੱਢ ਕੇ ਨਾ ਮੰਜੀ ਸਾਹਿਬ, ਮਰਿਆਦਾ ਸੀਗੀ, ਇੱਕ ਮੰਜੀ ਸਾਹਿਬ, ਇੱਕ ਦਸਤਾਰ, ਇੱਕ ਮਾਲਾ, ਉਹ ਰੱਖ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਵੀ ਅੱਜ ਗੁਰਤਾ ਗੱਦੀ ਮਿਲਣੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਇਹ ਕੀ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਪਾਤਸ਼ਾਹ ਇਹ ਮਰਿਆਦਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਦੋਂ ਗੁਰਤਾ ਮਿਲਦੀ ਹੈ ਨਾ, ਉਦੋਂ ਇੱਕ ਮੰਜੀ ਸਾਹਿਬ, ਇੱਕ ਮਾਲਾ ਤੇ ਦਸਤਾਰ ਭੇਟ ਕੀਤੀ ਜਾਂਦੀ ਤੁਹਾਨੂੰ ਗੁਰਤਾ ਗੱਦੀ ਵਾਲੇ ਦਿਨ, ਫਿਰ ਤਿਲਕ ਲੱਗਦਾ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਅਜੇ ਵੀ ਮਾਲਾ ਫੜਨ ਦਾ ਸਮਾਂ ਹੈ? ਵੀ ਸਾਡੇ ਪਿਤਾ ਨੂੰ ਮਾਲਾ ਫੇਰਦਿਆਂ ਨੂੰ ਤੱਤੀ ਤਵੀ ਤੇ ਬਹਾ ਦਿੱਤਾ, ਸ਼ਹੀਦ ਕਰ ਦਿੱਤਾ, ਅਜੇ ਵੀ ਮਾਲਾ ਫੜਨ ਦਾ ਸਮਾਂ ਹੈ? ਮਾਰੇ ਕਹਿੰਦੇ ਬਾਬਾ ਜੀ ਹੁਣ ਮਾਲਾ ਨਹੀਂ, ਹੁਣ ਤਲਵਾਰਾਂ ਪਹਿਨਾਂਗੇ। ਤਲਵਾਰ ਵੀ ਇੱਕ ਨਹੀਂ, 2 ਪਹਿਨਾਂਗੇ, ਇੱਕ ਪੀਰੀ ਦੀ, ਇੱਕ ਮੀਰੀ ਦੀ। ਤਾਂ ਫਿਰ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੂੰ ਮੰਜੀ ਸਾਹਿਬ ਦੀ ਥਾਂ ਤੇ ਤਖਤ ਲਿਆਂਦਾ। ਫਿਰ ਛੇਵੇਂ ਪਾਤਸ਼ਾਹ ਤਖਤ ਤੇ ਬਹਿੰਦੇ ਸਨਗੇ, ਮੰਜੀ ਸਾਹਿਬ ਦੀ ਥਾਂ ਤੇ ਤਖਤ, ਦਸਤਾਰ ਟੋਪੀ ਸੇਲੀ ਦੀ ਥਾਂ ਤੇ ਦਮਾਲਾ, ਤੇ ਜਿਹੜੀ ਸੇਲੀ ਪੱਗ ਤੇ ਰੱਖਦੇ ਸੀ ਗੁਰੂ ਨਾਨਕ ਸਾਹਿਬ ਦੇ, ਜਦੋਂ ਫੋਟੋ ਵੇਖੋਗੇ ਨਾ ਤੁਸੀਂ, ਤੇ ਇੱਥੇ ਦਸਤਾਰ ਤੇ ਇੱਕ ਕਾਲਾ ਜਿਹਾ ਧਾਗਾ ਲਮਕਦਾ ਹੁੰਦਾ, ਉਹਨੂੰ ਸੇਲੀ ਕਹਿੰਦੇ ਆ। ਸੇਲੀ ਦੀ ਥਾਂ ਤੇ ਫਿਰ ਮਹਾਰਾਜ ਨੇ ਕਲਗੀ ਲਾਈ ਛੇਵੇਂ ਪਾਤਸ਼ਾਹ ਨੇ, ਤੇ ਸ਼੍ਰੀ ਸਾਹਿਬਾਂ ਪਹਿਨੀਆਂ 2, ਇੱਕ ਪੀਰੀ ਦੀ ਤੇ ਇੱਕ ਮੀਰੀ ਦੀ, 2 ਸ਼੍ਰੀ ਸਾਹਿਬਾਂ ਪਹਿਨੀਆਂ। ਉਸ ਦਿਨ ਤੋਂ ਮਰਿਆਦਾ ਬਣ ਗਈ ਹੈ ਵੀ ਜਦੋਂ ਵੀ ਗੁਰਤਾ ਗੱਦੀ ਅੱਗੇ ਜਾਂਦੀ ਹੈ, 5ਵੇਂ ਤੋਂ ਬਾਅਦ 6ਵੇਂ, 7ਵੇਂ, 8ਵੇਂ, 9ਵੇਂ, 10ਵੇਂ ਹੁਣ ਸ਼ਾਸਤਰ ਦਿੱਤੇ ਜਾਂਦੇ ਆ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਵੱਲੋਂ। ਤਾਂ ਕਰਕੇ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ, ਭਾਈ ਰਾਮ ਕੌਰ ਜੀ 10ਵੇਂ ਪਾਤਸ਼ਾਹ ਨੂੰ ਦਸਤਾਰਬੰਦੀ ਕਰਨ ਆਉਂਦਾ ਪਿਆ, ਤੇ ਇੱਕ ਬਾਜ, ਇੱਕ ਸ਼ਸਤਰ ਸ਼੍ਰੀ ਸਾਹਿਬ, ਕਮਾਨ, ਤੀਰ ਤੇ ਹੋਰ ਬੜੇ ਭਾਰੀ ਚੰਗੇ ਜਿਵੇਂ ਘੋੜੇ ਹੋਏ, ਇਹੋ ਜਿਹੀਆਂ ਵਸਤੂਆਂ ਲੈ ਕੇ ਰਮਦਾਸ ਤੋਂ ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਹੈ। ਸ੍ਰੀ ਪਾਉ ਬਹੁਮੂਲਾ ਦੇਤ, ਤੇ ਬਹੁਤ ਕੀਮਤੀ ਸਰਪਾਉ। ਮੈਂ ਤੁਹਾਨੂੰ ਇਹ ਤਾਂ ਬੇਨਤੀ ਕੀਤੀ ਹੈ ਵੀ 5ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਦੇ ਸਮੇਂ ਸੇਲੀ ਟੋਪੀ, ਦਸਤਾਰ ਕਹਿ ਲਓ, ਤੇ ਪੀੜਾ ਮੰਜੀ ਸਾਹਿਬ ਇਹ ਦਿੱਤਾ ਜਾਂਦਾ ਸੀ ਗੁਰੂ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਵੱਲੋਂ। 5ਵੇਂ ਪਾਤਸ਼ਾਹ ਤੋਂ ਬਾਅਦ ਸ਼ਾਸਤਰ ਦੇਣ ਲੱਗ ਪਏ ਸੀ, ਕਿਉਂਕਿ 6ਵੇਂ ਪਾਤਸ਼ਾਹ ਨੇ ਆਖਿਆ ਬਾਬਾ ਜੀ ਸ਼ਾਸਤਰ ਲਿਆਓ। ਉਸ ਤੋਂ ਬਾਅਦ ਫਿਰ ਸ਼ਾਸਤਰ ਦਿੱਤੇ ਜਾਂਦੇ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ। ਬਾਜ ਭੇਟ ਕੀਤਾ ਜਾਂਦਾ ਸੀ ਇੱਕ, ਮਗਰਲੀਆਂ 5 ਪਾਤਸ਼ਾਹੀਆਂ ਨੂੰ ਇੱਦਾਂ ਗੁਰਤਾ ਗੱਦੀ ਹੋਈ ਹੈ। ਤੋ ਸਾਰਾ ਰਾਜ ਸਾਜ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਪਹੁੰਚਿਆ ਹੈ। ਬਸਤਰ ਹੈ ਬਹੁ ਗੁਰੂ ਨਿਕੇਤ, ਜਿਵੇਂ ਸੋਹਣੇ ਕੱਪੜੇ, ਘੋੜੇ, ਇਹ ਗੁਰੂ ਘਰ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਲੈ ਕੇ ਪਹੁੰਚਿਆ ਹੈ। ਅਬਰ ਕਹਾਂ ਲਗ ਸਭ ਕੇ ਨਾਮ, ਤੇ ਹੋਰ ਭਾਈ ਕੀ ਨਾਮ ਦਸੀਏ ਜਿਹੜੀਆਂ ਵਸਤੂਆਂ ਰਾਜ ਸਾਜ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਨੇ ਅਨੰਦਪੁਰ ਸਾਹਿਬ ਪਹੁੰਚ ਕੀਤੀ ਹੈ, ਲੈ ਕੇ ਆਏ ਹਨ। ਕਹੋ ਸੋ ਮੰਜੀ ਜਿਨ ਕੇ ਧਾਮ, ਜਿਨ੍ਹਾਂ ਦੇ ਘਰ ਵਿੱਚ ਫਿਰ ਮੰਜੀਆਂ ਸੀ ਅੱਗੇ, ਜਿਵੇਂ ਜਿਹੜੇ ਬ੍ਰਹਮ ਗਿਆਨੀ ਜਾਂ ਗੁਰੂ ਘਰੋਂ ਕੋਈ ਵਰਸਾਏ, ਕੋਈ ਸਾਜੇ ਨਵਾਜੇ ਗੁਰਮੁਖ ਪਿਆਰੇ ਸਿੱਖ ਸਨ। ਨਿਕਟ ਨਿਕਟ ਕੇ ਸਭ ਚੱਲ ਆਏ, ਉਹ ਨੇੜੇ ਦੇ ਦੂਰ ਦੇ ਸਾਰੇ ਸਿੱਖ ਆਪੋ ਆਪਣੀ ਭੇਟਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਨੂੰ ਦਸਤਾਰਬੰਦੀ ਕਰਨ ਵਾਸਤੇ ਪਹੁੰਚ ਗਏ ਹਨ। ਮਿਲਹ ਪਰਸਪਰ ਭਾਉ ਵਧਾਏ, ਆਪਸ ਵਿੱਚ ਮਿਲ ਕੇ ਗੁਰੂ ਕੇ ਸਿੱਖ ਦਸਤਾਰਾਂ ਲੈ ਕੇ ਆਏ ਹੈ, ਬੜਾ ਪ੍ਰੇਮ ਭਾਵ ਭਾਵਨਾ ਵਧਾ ਰਹੇ ਹਨ। ਦੇਗ ਅਤੋਟ ਗੁਰੂ ਘਰ ਹੋਏ, ਗੁਰੂ ਘਰ ਵਿੱਚ ਲੰਗਰ ਪ੍ਰਸ਼ਾਦਾ ਪਾਣੀ ਖੁੱਲੇ ਰੂਪ ਵਿੱਚ ਚੱਲ ਰਿਹਾ ਹੈ ਜੀ। ਅਚਵਹ ਤਹਾਂ ਮਿਲੇ ਸਭ ਕੋਈ, ਸਾਰੀਆਂ ਸੰਗਤਾਂ ਰਲ ਮਿਲ ਕਰਕੇ ਰੱਜ ਕੇ ਗੁਰੂ ਕਾ ਭੋਜਨ ਪ੍ਰਸ਼ਾਦ ਲੰਗਰ ਪਾਣੀ ਛਕ ਰਹੀਆਂ ਹਨ। ਰਾਗੀ ਬ੍ਰਿੰਦਰ ਬਾਬੀ ਸਾਰੇ, ਰਾਗੀ ਰਬਾਬੀ
ਤੇ ਸਰੰਦਾ ਵਜਾਉਣ ਵਾਲੇ ਤਬਲਾ ਵਾਚਕ ਆਦਿਕ ਗੁਰਮੁਖ ਪਿਆਰੇ ਕੀਰਤਨ ਗਾ ਰਹੇ ਹੈ। ਆਏ ਆਨੰਦਪੁਰ ਦਰਸ ਨਿਹਾਰੇ। ਸਭ ਪਹੁੰਚ ਕੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਕੀਤਿਕ ਢਾਡੀ ਚੱਲ ਕਰ ਆਏ। ਢਾਡੀ ਆ ਗਏ ਹੈ ਵਾਰਾਂ ਗਾਉਣ ਵਾਸਤੇ ਮਹਾਰਾਜ ਦੇ ਪਾਸ। ਜਿਨਹੁ ਅਖਾਰੇ ਬੀਰਨ ਗਾਏ। ਜਿਨ੍ਹਾਂ ਨੇ ਖਾਲਸਾ ਜੀ ਵਾਰਾਂ ਗਾਈਆਂ, ਫਿਰ ਖੁੱਲਾ ਜਿਹੜਾ ਨਾ ਇਦਾਂ ਸੱਜ ਗਿਆ ਹੈ ਪੰਡਾਲ, ਤੇ ਪੰਡਾਲ ਦੇ ਵਿੱਚ ਜੰਗ ਯੁੱਧ ਦੇ ਪ੍ਰਸੰਗ ਗਾਉਣੇ ਢਾਡੀਆਂ ਨੇ, ਕਵੀਸ਼ਰ ਜਨਾਂ ਨੇ। ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਸਿੱਖਾਂ ਵਿੱਚ ਵੀਰ ਰਸ ਭਰਨ ਵਾਸਤੇ ਕਵੀਸ਼ਰੀ ਤੇ ਰਾਗੀ ਢਾਡੀ ਗੁਰਮੁਖਾਂ ਨੇ ਭਾਰੀ ਵੀਰ ਰਸੀ ਵਾਰਾਂ ਯੋਧਿਆਂ ਸੂਰਮਿਆਂ ਦੀਆਂ ਜੰਗਾਂ ਯੁੱਧਾਂ ਦੇ ਪ੍ਰਸੰਗ ਉਹ ਸੁਣਾਉਣੇ ਸ਼ੁਰੂ ਕਰ ਦਿੱਤੇ ਐ। ਡੋਮ ਪਾਟ ਆਦਿਕ ਹਿਤ ਜਾਚਾ। ਹੋਰ ਜਿਹੜੇ ਕੋ ਡੋਮ ਹੁੰਦੇ ਆ ਭਾਵ ਮਰਾਸੀ ਗੁਰਮੁਖ ਪਿਆਰੇ ਮਰਦਾਨੇ ਕੇ, ਉਹ ਹੋਰ ਜਿਹੜੇ ਪਾਟ ਕੀਰਤੀ ਸੋਭਾ ਗਾਉਣ ਵਾਲੇ ਸਾਰੇ ਧੀਰੇ ਧੀਰੇ ਪਹੁੰਚਣ ਲੱਗ ਪਏ ਹਨ। ਹੀਰਨ ਹੇਤ ਨਵੋ ਗੁਰ ਸਾਚਾ। ਸਭ ਸਾਚੇ ਗੁਰੂ ਧੰਨ ਗੁਰੂ ਕਲਗੀਧਰ ਸਾਹਿਬ ਨਵੇਂ ਗੁਰੂ ਸੱਜੇ ਹੈ। ਸਾਰੀਆਂ ਸੰਗਤਾਂ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੀਆਂ ਹਨ। ਅਨੇਕ ਦੇਸ਼ ਤੇ ਚੱਲ ਕਰ ਆਏ। ਅਨੇਕਾਂ ਦੇਸ਼ਾਂ ਤੋਂ ਗੁਰਮੁਖ ਪਿਆਰੇ ਸਿੱਖ ਚੱਲ ਕੇ ਮਹਾਰਾਜ ਪਾਸ ਪਹੁੰਚ ਰਹੇ ਹਨ ਜੀ। ਜਿਤ ਕਿਤ ਦੀਖਤ ਨਰ ਸਮੁਦਾਏ। ਜਿੱਥੇ ਕਿੱਥੇ ਵੇਖੋ ਮਾਈ ਭਾਈ ਸੰਗਤਾਂ ਦਾ ਭਾਰੀ ਇਕੱਠ ਹੋ ਰਿਹਾ ਹੈ। ਚੌਥ ਦਿਵਸ ਕੋ ਮੇਲ ਸਕੇਲਾ। ਸਾਧ ਸੰਗਤ ਜੀ ਚੌਥੇ 4 ਦਿਨ ਜੋੜ ਮੇਲਾ ਚੱਲਿਆ। ਗੁਰੂ ਕਲਗੀਧਰ ਸਾਹਿਬ ਦੀ ਦਸਤਾਰਬੰਦੀ 4 ਦਿਨ ਪਹਿਲਾਂ ਹੀ ਸੰਗਤਾਂ ਆ ਕੇ ਸ੍ਰੀ ਅਨੰਦਪੁਰ ਸਾਹਿਬ ਬਹਿਣ ਲੱਗ ਪਈਆਂ ਸਨ ਤੇ ਮਹਾਰਾਜ ਦੇ ਦਰਸ਼ਨ ਕਰਨ ਲੱਗ ਪਈਆਂ ਸਨ ਗੀਆਂ, ਦਸਤਾਰਾਂ ਭੇਟ ਕਰਨ ਲੱਗ ਪਈਆਂ ਸਨ ਗੀਆਂ। 4 ਦਿਨ ਗੁਰੂ ਕਲਗੀਧਰ ਸਾਹਿਬ ਦੀ ਦਸਤਾਰਬੰਦੀ ਦਾ ਜੋੜ ਮੇਲਾ ਹੋਇਆ ਹੈ ਤੇ ਚੌਥੇ ਦਿਨ ਜਾ ਕੇ ਮਹਾਰਾਜ ਨੂੰ ਦਸਤਾਰਬੰਦੀ ਹੋਣੀ ਹੈ। ਫਿਰਤ ਪਰਸ ਪਰ ਲਾਗਤ ਘੇਲਾ। ਬੜੇ ਭਾਰੀ ਸਿੱਖਾਂ ਦਾ ਇਕੱਠ ਹੈ, ਆਪਸ ਵਿੱਚ ਚੱਲਦੇ ਫਿਰਦੇ ਬੜੇ ਭਾਰੀ ਧੱਕੇ ਵੱਜ ਰਹੇ ਹਨ। ਅਤ ਉਤਸਾਹ ਆਨੰਦਪੁਰ ਹੋਵਤ। ਏਦਾਂ ਸਾਧ ਸੰਗਤ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਰ ਪਵਿੱਤਰ ਧਰਤੀ ਤੇ ਸਿੱਖਾਂ ਦਾ ਗੁਰਮੁਖਾਂ ਦਾ ਭਾਰੀ ਜੋੜ ਮੇਲਾ ਹੋ ਰਿਹਾ ਹੈ। ਦੂਰ ਦੂਰ ਕੇ ਨਰ ਗਨ ਜੋਵਤ। ਦੂਰ ਦੇ ਨੇੜੇ ਦੇ ਸਾਰੇ ਪਾਸੇ ਦੇ ਗੁਰਮੁਖ ਪਿਆਰੇ ਵੇਖ ਰਹੇ ਐ। ਨਟ ਨਿਰਤਕ ਗਨ ਆਏ ਕਲਾਵਤ। ਜਿਹੜੇ ਕੋ ਮਦਾਰੀ ਜੇ ਹੁੰਦੇ ਉਹ ਵੀ ਆ ਗਏ ਆ। ਜਿਹੜੇ ਕਲੌਤ ਹੁੰਦੇ ਆ ਪਾਟ ਕੀਰਤੀ ਸੋਭਾ ਗਾਉਣ ਵਾਲੇ ਉਹ ਵੀ ਅਨੰਦਪੁਰ ਸਾਹਿਬ ਆ ਪਹੁੰਚੇ ਹਨ। ਫਿਰ ਹੈ ਗੁਰੂ ਕੇ ਜਸ ਗੁਣ ਗਾਵਤ। ਸਭ ਧੰਨ ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਸਮਾਂ ਢੀਕਦੇ ਆ ਵੀ ਸਾਨੂੰ ਸਟੇਜ ਤੇ ਬੋਲਣ ਦਾ ਸਮਾਂ ਮਿਲ ਜਾਏ। ਜਿਵੇਂ ਜਿਵੇਂ ਸਮਾਂ ਮਿਲਦਾ ਹੈ ਸਾਰੇ ਆਪੋ ਆਪਣੇ ਮਨ ਦੀ ਜਿਹੜੀ ਕੋਈ ਗੋਣਾ, ਕਿਸੇ ਕੋਲ ਢਾਡੀ ਹੈ, ਕੋਈ ਕਵੀਸ਼ਰ ਹੈ, ਕੋਈ ਰਾਗੀ ਹੈ, ਕੋਈ ਕਵਿਤਾ ਗਾਉਂਦਾ ਹੈ, ਸਾਰੇ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਕਰ ਰਹੇ ਹਨ ਜੀ। ਤੇ ਆਦਿਕ ਬਹੁ ਕੌਤਕ ਹੋਤ। ਇਸ ਤੋਂ ਆਦਿਕ ਹੋਰ ਬਹੁਤ ਭਾਰੀ ਖਾਲਸਾ ਜੀ ਕੌਤਕ ਹੁੰਦੇ ਹੈ। ਬੜੇ ਭਾਰੀ ਜੈ ਜੈਕਾਰ ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਗੁਰਮੁਖਾਂ ਪਿਆਰਿਆਂ ਦੇ ਜੋੜ ਮੇਲੇ ਲੱਗ ਰਹੇ ਹੈ ਤੇ ਕਵਿਤਾ ਹੋਰ ਛੰਦਾਬੰਦੀ ਕਥਾ ਕੀਰਤਨ ਆਪੋ ਆਪਣਾ ਜੋ ਕਿਸੇ ਨੂੰ ਕੁਛ ਆਉਂਦਾ ਹੈ ਉਹ ਸਾਰਾ ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਗਾਇਆ ਜਾ ਰਿਹਾ ਹੈ। ਸਭ ਕੇ ਹਿਰਦੇ ਮੋਦ ਉਦੋਤ। ਤੇ ਬੜੇ ਸਿੱਖ ਚੌਂਕੜੇ ਮਾਰ ਨੇਤਰ ਬੰਦ ਕਰਕੇ ਗੁਰੂ ਕੀ ਸੋਭਾ ਵਡਿਆਈ ਕਥਾ ਦੇ ਦੀਵਾਨ ਵਿੱਚ ਸਰਵਣ ਕਰਦੇ ਹੈ। ਸਭ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋ ਰਹੀ ਹੈ। ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਕੇ ਛੋਟਾ ਜਿਹਾ ਸਰੀਰ, ਮਹਾਰਾਜ 10 ਸਾਲ ਦੀ ਉਮਰ ਹੈ, ਐਨ ਦਗ ਕਰਦਾ 10ਵੇਂ ਪਾਤਸ਼ਾਹ ਦਾ ਚਿਹਰਾ ਹੈ। ਸੰਗਤਾਂ ਨਵੇਂ ਗੁਰੂ ਭਾਵ ਅੱਗੇ ਨਾਵੇਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਸਨ। ਅੱਜ ਸੰਗਤਾਂ ਦਸਮੇਸ਼ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਜ ਸੰਗਤਾਂ ਦਰਸ਼ਨ ਕਰਦੀਆਂ ਹਨ ਤੇ ਆਨੰਦ ਪ੍ਰਾਪਤ ਕਰਦੀਆਂ ਹਨ ਜੀ। ਬੜਾ ਭਾਰੀ ਗੁਰੂ ਕੇ ਦਰਸ਼ਨ ਕਰਕੇ ਸਿੱਖਾਂ ਦੇ ਮਨ ਵਿੱਚ ਚਾਓ ਤੇ ਆਨੰਦ ਪੈਦਾ ਹੋ ਰਿਹਾ ਹੈ। ਬਹੁਤ ਭਾਰੀ ਇਕੱਠ ਅਨੰਦਪੁਰ ਸਾਹਿਬ ਸੰਗਤਾਂ 10ਵੇਂ ਪਾਤਸ਼ਾਹ ਜੀ ਦੇ ਦਸਤਾਰ ਬੰਨ੍ਹਦੀ ਵੇਖਣੀ ਹੈ, ਦਸਤਾਰ ਝੁੱਲਦੀ ਵੇਖਣੀ। ਗੁਰੂ ਤੇਗ ਬਹਾਦਰ ਸਾਹਿਬ ਦੀ ਦਸਤਾਰਬੰਦੀ ਤੇ ਗੁਰਤਾ ਗੱਦੀ ਦਾ ਸਮਾਗਮ ਜਿਹੜਾ ਰਚਿਆ ਹੋਇਆ ਉਹਦੇ ਵਿੱਚ ਸੰਗਤਾਂ ਪਹੁੰਚ ਰਹੀਆਂ। ਅੱਗੇ ਜਿਵੇਂ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਨੇ ਮਾਮੇ ਕਿਰਪਾਲ ਚੰਦ ਨੂੰ ਹੁਕਮ ਕੀਤਾ ਕਿ ਵੀਰ ਜੀ ਤੁਸੀਂ ਸਾਡੇ ਸਾਹਿਬਜ਼ਾਦੇ ਨੂੰ ਤਿਆਰ ਕਰੋ ਤੇ ਪੰਡਾਲ ਦੀ ਜ਼ਿੰਮੇਵਾਰੀ ਤੁਹਾਡੀ ਹੈ। ਮਾਮਾ ਕਿਰਪਾਲ ਚੰਦ 10ਵੇਂ ਪਾਤਸ਼ਾਹ ਜੀ ਨੂੰ ਐਨ ਸਜਾ ਵਜਾ ਕੇ ਤਿਆਰ ਕਰਕੇ ਕਲਗੀ ਤੋੜਾ ਲਾ ਕੇ ਪੀਲੇ ਰੰਗ ਦੇ ਬਸਤਰ ਪਹਿਨਾ ਕੇ
ਤੇ ਤਿਆਰ ਬਰ ਤਿਆਰ ਸੂਰਮਿਆਂ ਵਾਂਗਰਾਂ ਤੇ ਪਾਲਕੀ ਸਾਹਿਬ ਵਿੱਚ ਸੁਭਾਏਮਾਨ ਕਰਕੇ ਇਦਾਂ ਜਿੱਥੇ ਪੰਡਾਲ ਸਜਿਆ ਗੁਰੂ ਕਲਗੀਧਰ ਸਾਹਿਬ ਜੀ ਪਹੁੰਚੇ। ਸੰਗਤਾਂ ਵੇਖ ਵੇਖ ਜੈ 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 ਜੈਕਾਰ ਕਰਦੀਆਂ। ਇੱਥੇ ਫਿਰ ਮਹਾਰਾਜ ਨੂੰ ਤਿਲਕ ਹੋਇਆ। ਭਾਈ ਰਾਮ ਕੁਇਰ ਜੀ ਨੇ 3 ਕਵਰਿਆਂ ਦੇ ਸਨ, ਉਹਨਾਂ ਨੇ ਗੁਰੂ ਕਲਗੀਧਰ ਸਾਹਿਬ ਦੇ ਮੱਥੇ ਤੇ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵਿੱਚੋਂ। ਉਹ ਸਾਰਾ ਪ੍ਰਸੰਗ ਜਿਹੜਾ ਅੱਗੇ ਫਿਰ ਦਿੱਲੀ ਦੀਆਂ ਸੰਗਤਾਂ ਬੈਠੀਆਂ ਸੀ ਪੰਡਾਲ ਵਿੱਚ, ਜਦੋਂ 10ਵੇਂ ਪਾਤਸ਼ਾਹ ਨੂੰ ਤਿਲਕ ਹੋਇਆ। ਫਿਰ ਉੱਥੇ ਮਹਾਰਾਜ ਨੇ ਪੁੱਛਿਆ ਵੀ ਜਦੋਂ ਸਾਡੇ ਪਿਤਾ ਦੀ ਸ਼ਹੀਦੀ ਹੋਈ ਕੋਈ ਸਿੱਖ ਗਾਂਹ ਨਾ ਆਇਆ, ਕਿਸੇ ਨੇ ਹਾ ਦਾ ਨਾਅਰਾ ਨਾ ਮਾਰਿਆ। ਉਹ ਫਿਰ ਸਾਰੇ ਸਿੱਖ ਚੁੱਪ ਕਰ ਗਏ ਸੀ, ਕੋਈ ਬੋਲਿਆ ਨਾ। ਆਖਿਆ ਮਹਾਰਾਜ ਡਰ ਬਹੁਤ ਪੈ ਗਿਆ ਸੀ। ਔਰੰਗਜ਼ੇਬ ਨੇ ਇਹੋ ਜਿਹਾ ਕਹਿਰ ਮਚਾਇਆ ਵੀ ਕਿਸੇ ਸਿੱਖ ਦੀ ਜ਼ਰੂਰਤ ਹੀ ਨਹੀਂ ਪਈ ਗਾਂਹ ਹੋਣ ਦੀ। 10ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਬਹੁਤ ਰੋਸ ਮਨਾਇਆ ਸੀਗਾ ਵੀ ਸਾਡੇ ਪਿਤਾ ਗੁਰੂਦੇਵ ਸਾਹਿਬ ਦੀ ਸ਼ਹੀਦੀ ਤੇ ਕੋਈ ਅੱਗੇ ਕਿਉਂ ਨਾ ਆਇਆ। ਇੱਦਾਂ ਦੇ ਪ੍ਰਸੰਗ ਮਹਾਰਾਜ ਨੇ ਜਿਵੇਂ ਦਿੱਲੀ ਦੀਆਂ ਸੰਗਤਾਂ ਸਾਰੀ ਕਥਾ ਸੁਣਾਈ, ਉਹ ਵੀ ਨਾਲ ਦੀ ਨਾਲ ਆਪ ਜੀ ਸਰਵਣ ਕਰੋਗੇ। ਇੱਥੇ ਸਮਾਪਤਾ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਨਟ ਨਿਰਤਕ ਗਨ ਆਏ ਕਲਾਵਤ, ਥਿਰ ਹੈ ਗੁਰੂ ਕੇ ਜਸ ਗੁਣ ਗਾਵਤ। ਇਤੇ ਆਦਿਕ ਬਹੁ ਕੌਤਕ ਹੋਤ, ਸਭ ਕੇ ਹਿਰਦੇ ਬੋਧ ਉਦੋਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।